गुरमुख सेवा काल जिन काली, गुरमुख सेवा काल जिन काली, गुरमुख सेवा काल जिन काली, गुरमुख सेवा तिस घड़ियो शब्द सच्ची टकसाली, तिस घड़ियो शब्द सच्ची टकसाली, ए गुरमुख सेवा काल जिन काली, गुरमुख सेवा काल खाए किछ हथों दे, काल खाए किछ हथों दे, नानक राहो पछाणे से, नानक राहो पछाणे से, एक काल खाए किछ हथों दे, एक काल खाए ए गोर पीर सदाए, गुर पीर सदाए मंगण जाए। ਉਹ ਕਾਹਦਾ ਗੁਰ ਪੀਰ ਹੈ ਜਿਹੜਾ ਮੰਗਣੀ ਤੁਰ ਪਿਆ? ਇਹ ਗੁਰ ਪੀਰ ਸਦਾਏ ਇਹ ਮੰਗਣ ਜਾਏ, ਇਹ ਤਾਂ ਕੇ ਮੂਲੇ ਨਾ ਲੱਗੀਏ ਪਾਏ। ਉਹ ਇਹੋ ਜਿਹਾ ਜਿਹੜਾ ਬੰਦਾ ਜਿਹੜਾ ਆਪ ਘਾਲ ਖਾ ਕੇ ਨਹੀਂ, ਆ 5 ਟੋਲੇ ਦੱਸੇ ਸੀ ਸਿੱਖੀ ਦੇ, ਕਥਾਵਾਚਕ ਟੋਲਾ, ਪੁਜਾਰੀ ਟੋਲਾ, ਸਾਧ ਟੋਲਾ, ਪੋਲੀਟੀਸ਼ੀਅਨ ਟੋਲਾ ਤੇ ਰਾਗੀ ਟੋਲਾ। ਇਹ ਕੋ ਘਾਲ ਨਹੀਂ ਖਾਂਦੇ, ਇਹ ਮੰਗਣ ਤੁਰੇ ਹੈ। ਇਹ ਘਰ ਘਰ ਜਾ ਕੇ ਉਹਨੂੰ ਜਿਹੜਾ ਇਹ ਮੰਗ ਕੇ ਖਾਂਦੇ ਆ ਉਹਨੂੰ ਕਹਿੰਦੀ ਜੀ ਇਹ ਕੀਰਤਨ ਦੀ ਭੇਟ ਹੈ। ਸਿੱਧੇ ਕਿਉਂ ਨਹੀਂ ਕਹਿੰਦੇ ਵੀ ਤੁਹਾਡੇ ਢਿੱਡ ਦੀ ਭੇਟ ਹੈ ਇਹ ਘਾਲ ਖਾਏ ਕਿਛ ਹਥੋਂ ਦੇ। ਅਸੀਂ ਆ ਸ਼ਬਦ ਮਹੱਲੇ ਪਹਿਲੇ ਦਾ ਪਿਛਲੀ ਸ਼ਬਦ ਚੌਂਕੀ ਚ ਲਮਕਾਇਆ ਸੀ, ਪੰਨਾ 1 2 4 5 1255 ਸਫ਼ੇ ਦਾ ਅਸੀਂ ਇਹ ਸ਼ਬਦ 1245 1 2 4 5 1245 ਪੰਨੇ ਦਾ ਸਫ਼ਾ ਉਹ ਮਾਰ ਕੇ ਦਾ ਸ਼ਬਦ ਹੈ ਗੁਰੂ ਨਾਨਕ ਦਾ, ਜਿਹੜਾ ਸਾਨੂੰ ਹਿਸਟਰੀ ਦੱਸਦਾ ਵੀ ਗੁਰੂਆਂ ਨਾਨਕ ਨਾਲ ਜਿਹੜੀ ਲੀਹ ਚਲਾਈ ਸੀ ਵੀ ਕੋਈ ਵੀ ਘਾਲ ਕਰਨ ਤੋਂ ਬਗੈਰ ਰੋਟੀ ਨਾ ਖਾਵੇ, ਔਰ ਘਾਲ ਖਾ ਕੇ ਉਹਦੇ ਵਿੱਚੋਂ ਵੀ ਗਾਂ ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੈ ਦਇਆ ਜਾਣੇ ਜੀਆਂ ਕੀ ਕਿਛ ਪੁੰਨ ਦਾਨ ਕਰੇ। ਘਾਲ ਖਾ ਕੇ ਖਾਏ, ਔਰ ਬਾਕੀ ਜਿਹੜਾ ਇਹ ਮਿਸ਼ਨਰੀ ਵਰਕ ਹੈ ਜਾਂ ਰੱਬ ਦੇ ਰਾਹ ਦਾ ਕੰਮ ਹੈ
ਇਹਦਾ ਪ੍ਰਚਾਰ ਦਾ ਜਾਂ ਸਾਰਾ ਸੰਗਤਾਂ ਦੇ ਵਿੱਚ ਇੱਕ ਮਿਸ਼ਨਰੀ ਵਰਕ ਕਰਨਾ ਉਹ ਫ੍ਰੀ ਕਰੇ। ਕਿਸੇ ਗੁਰੂ ਨਾਲ ਬਾਣੀ ਵੇਚੀ ਨਹੀਂ ਕਿਸੇ ਨਾਲ। ਲੇਕਿਨ ਅੱਜ ਕੱਲ੍ਹ ਜੋ ਹਾਲ ਹੋ ਰਿਹਾ ਹੈ ਉਸੇ ਤੇ ਅਸੀਂ ਮਹੱਲੇ ਪਹਿਲੇ ਦਾ ਸ਼ਬਦ ਦੀ ਚੋਟ ਮਾਰਦੇ ਹਾਂ ਵੀ ਸਿੱਖੋ ਸੰਭਲੋ, ਇਹ ਗੁਰੂ ਨਾਨਕ ਨਾਲ ਜੇ ਸਿੱਖੀ ਦਾ ਰਾਸਤਾ ਨਹੀਂ ਹੈ। ਅਸੀਂ ਇਹ ਕਿਹੜੇ ਰਾਸਤੇ ਤੇ ਪਏ ਹੈ? ਗੁਰੂ ਰਾਮਦਾਸ ਸਾਹਿਬ ਕਹਿੰਦਾ ਨਿਕਪਟ ਕਮਾਵੋ ਹਰ ਕੀ ਹਰ ਕਾਲ, ਨਿਕਪਟ ਕਮਾਵੋ। ਅੰਦਰੋਂ ਇੱਕ ਕਪਟ ਹੈ, ਇਹਦੇ ਨਾਲ ਆਪਣਾ ਰੋਟੀ ਦਾ ਡੰਗ ਤੋੜਨਾ ਜਾਂ ਇਹ ਜ਼ਰੀਆ ਬਣਾਉਣਾ ਸਿੱਖੀ 'ਚ ਇਹ ਗਲਤ ਅਸੂਲ ਹੈ। ਕਿਉਂ? ਮਹਾਰਾਜ ਲਿਖ ਰਹੇ ਨੇ ਗੁਰੂ ਰਾਮਦਾਸ ਸਾਹਿਬ, ਅੰਤਰ ਕਪਟ ਚੁਕਾਵੋ ਮੇਰੇ ਗੁਰ ਸਿੱਖੋ। ਉਹ ਬਾਣੀ ਔਰ ਆਖਰੇ ਨੇ ਹਰਮੰਦਰ ਸਾਹਿਬ ਜਿੱਥੇ ਕਹਿੰਦੇ ਬਣਿਆ ਇੱਥੇ ਕੁੱਖ ਨਹੀਂ ਸੀ ਹੁੰਦਾ, ਮੰਜੀ ਸਾਹਿਬ ਹੁੰਦਾ ਸੀ ਅਸਥਾਨ। ਇਹ ਛੱਪੜ ਸੀ, ਆਲੇ ਦੁਆਲੇ ਗੁਰੂ ਕਾ ਚੱਕ ਸੀ, ਗੁਰੂ ਵਸਦੇ ਸੀ ਔਰ ਬੈਠ ਕੇ ਸੰਗਤ ਦੇ ਵਿੱਚ ਉਸ ਮੰਜੀ ਸਾਹਿਬ ਅਸਥਾਨ ਦੇ ਉੱਤੇ ਇਸ ਤਰ੍ਹਾਂ ਬਾਣੀ ਉਹਨਾਂ ਨੂੰ ਆਉਂਦੀ ਸੀ ਤੇ ਗੁਰਸਿੱਖਾਂ ਨਾਲ ਸਾਂਝ ਕਰਦੇ ਸੀ। ਉਹਨੇ ਬਾਣੀ ਕੋਈ ਐਸੀ ਨਹੀਂ ਆਈ ਵੀ ਉਹਨਾਂ ਨੇ ਗੁਪਤ ਰੱਖੀ ਸੀ ਜਾਂ ਪੱਟ ਥੱਲੇ ਸੱਪ ਮਾਰ ਕੇ ਰੱਖਿਆ ਸੀ। ਸਿੱਖਾਂ ਨਾਲ ਸਾਂਝ ਕਰਦੇ ਸੀ। ਸ਼ਬਦ ਉਜ਼ਾਰ ਹੁੰਦੀ ਹੈ, ਸ਼ਬਦਾਂ ਨੂੰ ਵਿਚਾਰ ਕਰੀਏ ਤੇ ਵੀ ਗੁਰੂ ਰਾਮਦਾਸ ਹਰ ਗੁਰੂ ਸ਼ਬਦ ਜੋ ਉਹਨਾਂ ਨੂੰ ਆਉਂਦਾ ਸੀ ਸਿੱਖਾਂ ਨਾਲ ਸਾਂਝ ਕਰਦੇ ਸੀ। ਉਹ ਕਹਿ ਰਹੇ ਸਾਹਮਣੇ ਸਿੱਖ ਬਿਠਾਲ ਕੇ, ਅੰਤਰ ਕਪਟ ਚੁਕਾਵੋ ਮੇਰੇ ਗੁਰ ਸਿੱਖੋ। ਇਹ ਅੰਤਰ ਕਪਟ ਚੁਕਾਵੋ ਮੇਰੇ ਗੁਰ ਸਿੱਖੋ। ਨਿਕਪਟ ਕਮਾਵੋ ਹਰ ਕੀ ਹਰ ਕਾਲ, ਨਿਕਪਟ ਕਮਾਵੋ। ਮਹੱਲੇ ਚੌਥੇ ਦੀ ਬਾਣੀ ਜਿਹਨਾਂ ਨੇ ਐਡਾ ਵੱਡਾ ਬਿਜ਼ਨਸ ਸੈਂਟਰ ਇਹ ਬਣਾਇਆ, ਰੱਬ ਨੂੰ ਪਾ ਕੇ ਵੀ ਵਿੱਚੇ ਮਾਇਆ ਪਾਇਆ, ਉਧਰ ਵੀ ਸਾਰਾ ਇੰਤਜ਼ਾਮ ਕਰਦੇ ਸੀ ਔਰ ਸਿੱਖਾਂ ਨੂੰ ਵੀ ਕਹਿੰਦੇ ਸੀ ਭਾਈ ਘਾਲ ਖਾਏ ਕਿ ਛੱਥੋਂ ਦੇ, ਗੁਰੂ ਬਾਬੇ ਨਾਨਕ ਦਾ ਹੁਕਮ ਹੈ। ਇਸ ਕਰਕੇ ਉਹਨਾਂ ਨੇ ਐਡੀ ਵੱਡੀ ਟਾਊਨਸ਼ਿਪ ਪੈਦਾ ਕੀਤੀ, ਬਿਜ਼ਨਸ ਸੈਂਟਰ ਬਣਾਇਆ, ਉਹਦਾ ਸਾਰਾ ਇੰਤਜ਼ਾਮ ਕਰਨਾ ਉਹਨਾਂ ਦਾ ਸ਼ਬਦ ਹੈ। ਉਹ ਸਿੱਖਾਂ ਨੂੰ ਕਹਿੰਦੇ ਹੋਣੇ ਅੰਤਰੇ ਕਪਟ ਚੁਕਾਵੋ ਮੇਰੇ ਗੁਰ ਸਿੱਖੋ, ਕਿਉਂਕਿ ਉਸ ਵੇਲੇ ਕੋਈ ਰਾਗੀ ਨਹੀਂ ਸੀ, ਕੋਈ ਢਾਡੀ ਨਹੀਂ ਸੀ, ਕੋਈ ਨਹੀਂ, ਸਾਰੀ ਸੰਗਤ ਨਾਮ ਜਪਦੀ ਸੀ ਔਰ ਆਪਣੀ ਕਿਰਤ ਦੀ ਕਮਾਈ 'ਚ ਸਭ ਕੁਝ ਗੁਜ਼ਾਰਾ ਕਰਦੇ ਸੀ। ਤਾਂ ਉਹਨਾਂ ਨੇ ਇਸ ਗੁਰਸਿੱਖਾਂ ਨੂੰ ਉਪਦੇਸ਼ ਸੀ ਵੀ ਜਿਹੜਾ ਬਾਕੀ ਪੂਜਾ ਦੇ ਪੈਸੇ ਵਾਲ ਜਾਂ ਚੜਾਵੇ ਵਾਲ ਕਦੀ ਨਾ ਜਾਇਓ। ਅੰਤਰ ਕਪਟ ਚੁਕਾਵੋ ਮੇਰੇ ਗੁਰ ਸਿੱਖੋ, ਨਿਹ ਕਪਟ ਕਮਾਵੋ ਹਰ ਕੀ ਹਲਕਾਰ। ਉਹ ਕਪਟ ਕੀ ਹੈ? ਕੋਈ ਗਾਵੇ ਰਾਗੀ ਨਾਦੀ ਬੇਦੀ ਬਾਪਾਰ ਨਹੀਂ, ਹਰੇ ਹਰੇ ਤੀਜੇ ਰਾਮ ਜਿਨਾ ਅੰਤਰ ਕਪਟ ਬੇਕਾਰ ਹੈ, ਬਿਨਾ ਰੋਏ ਕਿਆ ਹਰ ਕਰਤਾ ਸਭ ਕੁਛ ਜਾਣਦਾ, ਇਸੇ ਰੋਗ ਹੱਥ ਜਿਨਾ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ, ਹਰ ਭਗਤ ਹਰ ਸਾਰੇ ਭਗਤੀ ਕਰਦੇ ਸੀ। ਅੰਤਰ ਕਪਟ ਚੁਕਾਵੋ ਮੇਰੇ ਗੁਰ ਸਿੱਖੋ। ਨੇ ਕਪਟ ਕਿਉਂ? ਗੁਰੂ ਰਾਮਦਾਸ ਕਹਿੰਦਾ ਮੈਂ ਤੁਹਾਡੇ ਸਾਹਮਣੇ ਚਾਲ ਚਲਾ ਕੇ ਦੱਸ ਰਿਹਾ ਹਾਂ। ਗੁਰ ਚਾਲ ਚਲਾਈ ਨੇ ਕਪਟ ਕਮਾਵੋ ਹਰ ਕੀ ਹਰ ਕਾਲ, ਨੇ ਕਪਟ ਕਮਾਵੋ ਗੁਰ ਚਾਲ ਦਿਖਾਈ। ਔਰ ਰੱਬ ਦੀ ਚਾਲ ਹੈ, ਨਹੀਂ ਰੱਬ ਨੂੰ ਪਾ ਸਕਦੇ ਤੁਸੀਂ। ਗੁਰ ਚਾਲ ਦਿਖਾਈ ਹਰ ਚਾਲ, ਗੁਰ ਚਾਲ ਦਿਖਾਈ। ਕਿੱਥੋਂ ਸਿੱਖਿਆ ਇਹਨਾਂ ਨਾਮ? ਮਹੱਲੇ ਪਹਿਲੇ ਦੀ ਪੋਥੀ ਚ ਸ਼ਬਦ ਪੜ੍ਹਦੇ ਹੋਣੇ ਹੈ ਭਈ ਕਾਲ
ਲਿਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਕੋਈ ਰਾਗੀ ਕੰਮ ਨਹੀਂ ਕਰ ਰਿਹਾ, ਗਾਂ ਆਪਣੇ ਬੱਚਿਆਂ ਨੂੰ ਬਾਜੇ ਫੜਾਏ ਆ, ਉਹਨਾਂ ਨੂੰ ਰਾਗ ਗਾਂ ਸਾਰ ਸਫੇਰੇ। ਉਹ ਜਿੰਨੇ ਵੀ ਭਾਦੋਂ ਦੇ ਤਾੜਕਿਆਂ ਦੇ ਮਾਰੇ ਜਾਟਾ ਸਾਧ ਹੋ ਗਏ। ਕੋਈ ਘਾਲ ਖਾ ਕੇ ਕੌਣ ਨੂੰ ਤਿਆਰ ਨਹੀਂ। ਜਿੱਥੇ ਚਿੱਟੇ ਕੱਪੜੇ ਮਿਲ ਜਾਣ, 2-4 ਵਾਰੀ ਚਾਹ ਮਿਲ ਜਾਏ ਦਿਹਾੜੀ ਦੀ, ਉੱਥੇ ਖੰਡ ਪਾਠ ਦੀ ਰੌਲ ਲਾਉਣੀ ਕਿਹੜੀ ਮੁਸ਼ਕਿਲ ਹੈ। ਐਨ ਆਰਾਮ ਨਾਲ ਸਾਰੇ ਹਰ ਸਭ ਪਿੰਡੀ ਥਾਈ ਲੋਕ ਪਾਠੀ ਬਣਦੇ ਜਾਂਦੇ। ਉਹ ਮਹਾਰਾਜ ਕਹਿੰਦੇ ਹੋਏ ਇਹ ਕੋਈ ਤੋਰਾ ਗੁਰੂਆਂ ਨੇ ਤੋਰਿਆ ਸੀ, ਇਸ ਕਰਕੇ ਮਹਾਰਾਜ ਨੇ ਕੀ ਤੋਰਾ ਤੋਰਿਆ ਸੀ, ਜੋ ਗੁਰੂ ਬਾਬੇ ਨਾਨਕ ਨਾਲ ਲਾਈਨ ਤੋਰੀ ਹੈ। ਕਾ ਲਿਖਾਏ ਕਿਛ ਹੱਥੋਂ ਦੇ ਨਾਨਕ ਰਾਹੋ ਪਛਾਣੇ ਸੇ। ਇਹ ਕੀ ਰਾਗੀ ਗੀਤ ਗਾ ਰਹੇ ਆ। ਪਹਿਲਾ ਸ਼ਬਦ ਹੀ ਇੱਥੇ ਸ਼ੁਰੂ ਕਰਦੇ, ਗਿਆਨੇ ਬਹੁਣਾ ਗਾਵੇ ਗੀਤ ਏ ਭੁੱਖੇ ਮੁੱਲਾ ਕਰੇ ਮਸੀ। ਫਿਰ ਕੋ ਗਿਆਨ ਦੇਵੋਣਾ ਗਾਵੇ। ਉਹ ਕਹਿੰਦੀ ਜੀ ਸਾਨੂੰ ਗਿਆਨ ਤੇ ਬੜਾ ਗਿਆਨ, ਅਸੀਂ ਬਾਣੀ ਦਾ ਲੈਂਦੇ ਆ ਤੇ ਤਦੇ ਗਾਉਣੇ ਆ। ਇੰਨਾ ਗਿਆਨ ਹੈ ਸਾਡੇ ਕੋਲ। ਇਹ ਬਾਬੇ ਨੇ ਕੀ ਲਿਖਤਾ? ਬਾਬਾ ਠੀਕ ਲਿਖਦਾ ਹੈ, ਤੁਹਾਡੇ ਕੋਲੋਂ ਗਿਆਨ ਨਹੀਂ ਹੈ। ਬਾਬੇ ਦਾ ਗਿਆਨ ਹੈ, ਐਸਾ ਗਿਆਨ ਜਪ ਮਨ ਮੇਰਾ। ਬਾਬਾ ਨਾਨਕ ਗਿਆਨ ਨੂੰ ਡਿਫਾਈਨ ਕਰ ਰਿਹਾ। ਕੋਈ ਗਿਆਨ ਨਹੀਂ ਜਿਹੜਾ ਨਾਮ ਨਹੀਂ ਜਪਾਉਂਦਾ। ਐਸਾ ਗਿਆਨ ਜਪ ਮਨ ਮੇ ਇਹੋ ਚਾਕਰ ਸਾਚੇ। ਐਸਾ ਗਿਆਨ ਜਪੋ ਮਨ ਮੇਰੇ। ਚਾਕਰ ਕਾਹਦੇ ਹੋਣਾ? ਸ਼੍ਰੋਮਣੀ ਕਮੇਟੀ ਦੇ ਨੌਕਰ ਬਣ ਕੇ ਕੀਰਤਨ ਨਹੀਂ ਉੱਥੇ ਕਰਨਾ ਹਰਿਮੰਦਰ ਸਾਹਿਬ ਜਾਂ ਗੁਰਦੁਆਰੇ 'ਚ ਕਮੇਟੀਆਂ ਦੇ ਨੌਕਰ ਹੋ ਕੇ ਤੁਸੀਂ ਕੀਰਤਨ ਜਾਂ ਗਾਉਣਾ ਵਜਾਉਣਾ ਹੈ। ਚਾਕਰ ਕਿਹਦੇ ਹੋਣੇ ਆ? ਹੋ ਚਾਕਰ ਸਾਚੇ ਕੇ ਐਸਾ ਗਿਆਨ ਜਪੋ ਮਨ ਮੇਰੇ ਹੋ ਚਾਕਰ ਸਾਚੇ। ਜੇ ਰੱਬ ਦੀ ਬੰਦਗੀ ਤੇ ਲੱਗ ਪਿਆ ਹੈ ਤੇ ਕਿਸੇ ਨੂੰ ਮਾੜਾ ਨਹੀਂ ਸਮਝੀ। ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਬਾਬਾ ਨਾਨਕ ਇਸ ਸ਼ਬਦ ਦਾ ਤੋੜਾ ਇੱਥੇ ਜਾ ਕੇ ਦਿੰਦੇ ਕਿ ਮਾਤੂ ਨਾਮ ਜਪਣ ਲੱਗ ਪਿਆ ਤੇ ਹੋਰਨਾਂ ਨੂੰ ਤੂੰ ਬੁਰਾ ਸਮਝੇ। ਐਸਾ ਗਿਆਨ ਜਪੋ ਮਨ ਮੇਰੇ ਹੋਵਾ ਚਾਕਰ ਸਾਚੇ ਕੇ ਇਹ ਹਮ ਨਹੀਂ ਚੰਗੇ ਬੁਰਾ ਨਹੀਂ ਕੋ। ਕਿਉਂਕਿ ਉਹਨੇ ਤਾਰਨਾ ਸਾਰਿਆਂ ਨੂੰ। ਪ੍ਰਾਣ ਵਤ ਨਾਨਕ ਤਾਰੇ ਸੋ ਇਹ ਹਮ ਨਹੀਂ ਚੰਗੇ ਬੁਰਾ ਨਹੀਂ ਕੋ। ਤਾਰੇ ਹੋ ਕੋਈ ਬੁਰਾ ਨਹੀਂ ਹੈ, ਪਰ ਇਹਨਾਂ ਦੀ ਅਸਲੀਅਤ ਸਮਝਣੀ ਹੈ। ਜੋ ਗਿਆਨ ਆ ਸ਼ਬਦ ਅਸਲੀਅਤ ਦੱਸ ਰਿਹਾ। ਗਿਆਨ ਵੇਹੂਣਾ ਗਾਵੇ ਗੀਤ ਭੁੱਖੇ ਮੁੱਲਾ ਕਰੇ ਮਸੀਤ। ਉਧਰ ਮੁਸਲਮਾਨ ਮਜ਼ਹਬ ਸੀ, ਉਧਰ ਹਿੰਦੂ ਸੀ ਸਾਰੇ, ਔਰ ਉਧਰ ਮਖਟੂ ਜਿਹੜਾ ਕੰਮ ਚੋਰ ਹੋਵੇ। ਤੁਹਾਨੂੰ ਦੱਸਿਆ ਨੇ ਵੀ ਭਾਦੋਂ ਦੇ ਤਾੜਕਿਆਂ ਦਾ ਜਿਹੜਾ ਭੱਜਾ ਬੰਦਾ ਹੋਏ ਉਹਨੂੰ ਮਖਟੂ ਕਹਿੰਦੇ ਆ। ਵੀ ਆ ਬੜਾ ਮੁਸ਼ਕਲ ਕੰਮ ਹੈ ਜੀ। ਉਹ ਜਾ ਕੇ ਫਿਰ ਰਾਂਝੇ ਕੋਲੋਂ ਜੋਗ ਲਾ ਹੀਰ, ਉਹ ਰਾਂਝਾ ਵੀ ਜੋਗ ਲੈਣ ਚਲਾ ਗਿਆ ਸੀ। ਫਿਰ ਇਹ ਜੋਗੀਆਂ ਕੋਲੋਂ ਜਾ ਕੇ ਜੋਗ ਲੈਂਦੇ ਸੀ। ਉਹ ਚੀਜ਼ ਅੱਗੇ ਮਹਾਰਾਜ ਬਾਬਾ ਨਾਨਕ ਲਿਖ ਰਿਹਾ ਹੈ ਵੀ ਜੋਗੀਆਂ ਦੀ ਦੀਖਿਆ ਜਿਹਨੂੰ ਉਹ ਚੇਲਾ ਬਣਾਉਂਦੇ ਸੀ ਐਡੀ ਸਖਤ ਸੀ। ਜਿਹਨੂੰ ਉਹਨਾਂ ਨੇ ਅੰਮ੍ਰਿਤ ਛਕਾਉਣਾ ਹੋਏ ਨਾ ਜੋਗੀ ਨੂੰ, ਉਹਨੂੰ ਲੱਕ ਬਰੋਬਰ ਟੋਆ ਜ਼ਮੀਨ 'ਚ ਕੱਢ ਲੈਂਦੇ ਸੀ। ਉਹਦੇ 'ਚ ਜੋਗੀ ਨੂੰ ਖੜਾ ਕਰ ਲੈਂਦੇ ਸੀ ਤੇ ਆਲੇ ਦੁਆਲੇ ਨਾ ਮਿੱਟੀ ਪਾ ਕੇ ਫਿਰ ਪੈਰਾਂ ਨਾਲ ਲਤੜਦੇ ਸੀ, ਜਿੱਦਾਂ ਕਿੱਲਾ ਗੱਡ ਕੇ ਤੇ ਚੰਗੀ ਤਰ੍ਹਾਂ ਦੱਬੀ ਦਾ ਵੀ ਕਿੱਲਾ ਉਖੜ ਨਾ ਜਾਏ।
ਉਹ ਜੋਗੀ ਨੂੰ ਲੱਕ ਬਰੋਬਰ ਜ਼ਮੀਨ 'ਚ ਗੱਡ ਕੇ ਆਲੇ ਦੁਆਲੇ ਮਿੱਟੀ ਪਾ ਕੇ ਫੇਰ ਉਹਦੇ ਕੰਨ ਪਾੜਦੇ ਸੀ। ਫਿਰ ਐਡਾ ਬਲੌਰ ਮੁੰਦਾ ਸੰਤੋਖ ਸਰਮਪਤ ਝੋਲੀ ਤੇ ਆਓ ਮੁੰਦਰਾਂ ਵਾਲਾ ਜੋਗੀ, ਉਹ ਫਿਰ ਮੁੰਦਰਾਂ ਵਾਲਾ ਜੋਗੀ ਬਣਾਉਂਦੇ ਸੀ। ਉਹ ਦੀਖੀਅਤ ਬੈਪਟਾਈਜ਼ਡ ਜੋਗੀ ਹੁੰਦਾ ਸੀ। ਉਹਨੂੰ ਉਹਦੇ ਕੰਨ 'ਚ ਫਿਰ ਬਲੌਰ ਸ਼ੀਸ਼ੇ ਦਾ ਮੋਟਾ ਕੰਨ ਪਾੜ ਕੇ, ਜਿੱਦਾਂ ਝੋਟੇ ਦੀ ਨੱਥ ਪਾਈ ਦੀ ਨਾ, ਇੱਦਾਂ ਉਹਦੇ ਕੰਨ ਪਾੜ ਕੇ ਉਹਦੇ 'ਚ ਬਲੌਰ ਪਾ ਦਿੰਦੇ। ਉਹ ਇਹਨਾਂ ਦੀ ਦੀਖਿਆ ਸੀ। ਬੜੇ ਬੜੇ ਰਾਜੇ, ਬੜੇ ਬੜੇ ਸਾਰੇ ਹਿੰਦੁਸਤਾਨ ਨੂੰ ਘੇਰਿਆ ਸੀ। ਜਦੋਂ ਬਾਬਾ ਪੈਦਾ ਹੋਇਆ ਉਹਨੇ ਉੱਠ ਕੇ ਦੇਖਿਆ, ਉਹ ਕਹਿੰਦੇ ਉਹ ਇਹ ਕੀ ਹੋ ਗਿਆ, ਇਹ ਤੇ ਜਿੰਨੇ ਮਖੱਟੂ ਰੋਗ ਆ ਘਰ ਦਾ ਮਖੱਟੂ ਲਿਖਿਆ, ਇਹ ਸਾਰੇ ਸਾਡੇ ਟੋਲੇ ਸਿੱਖੀ 'ਚ ਮਖੱਟੂ ਹੈ। ਇਹ ਆਪਣੀ ਘਾਲ ਖਾ ਕੇ ਹੀ ਖਾਣਾ, ਪਰ ਕਿ ਸੰਗਤਾਂ ਦੇ ਪੈਸੇ ਉਸ ਖੂਨ ਚੂਸ ਕੇ ਉਹਨਾਂ ਦੇ ਉਹ ਸਾਰਾ, ਔਰ ਗਾਂ ਕੋਲਾਂ ਗਲ ਰਹੀਆਂ, ਇਹਨਾਂ ਦੀਆਂ ਬਿਮਾਰੀਆਂ ਨਹੀਂ ਮੁੱਕਦੀਆਂ ਇਹਨਾਂ ਦੇ। ਉਹ ਪੂਜਾ ਦਾ ਧਾਨ ਸਾਰੀ ਸਿੱਖ ਕੌਮ ਦੇ ਢਿੱਡ 'ਚ ਪੈ ਗਿਆ ਫੜ ਕੇ। ਇਸ ਕਰਕੇ ਮਖੱਟੂ ਹੋਏ ਕਿ ਕੰਨ ਪੜਾਏ। ਉਦੋਂ ਆ ਸਾਹਮਣੇ ਫਿਰਕਾ ਸੀ। ਹੁਣ ਸਾਡੇ ਸਾਹਮਣੇ ਜੇ ਦੇਖਣੇ ਹੋਣ ਤੇ ਆ 5 ਟੋਲੇ ਦੇਖ ਲਓ। ਮਖੱਟੂ ਹੋਏ ਕਿ ਕੰਨ ਪੜਾਏ, ਫਕਰ ਕਰੇ ਹੋਰ ਜਾਤੇ ਵੀ ਬੜੇ ਬੜੇ ਫਕਰ ਮਾਰ ਠੇਠਵਾਣੇ ਮਾਰ ਬੜੇ ਬੜੇ ਭੇਖ ਕਰਦੇ ਸੀ, ਫਕਰ ਬਣਦੇ ਸੀ ਆਪਣੇ ਵੱਲੋਂ। ਤੇ ਉਹ ਸਾਰੇ ਕਹਿੰਦੇ ਸਾਰੇ ਜੋਗੀਆਂ ਨਾਲ ਸਾਰੇ ਗ੍ਰਸਤੀਆਂ ਨੂੰ ਕਾਬੂ ਕੀਤਾ ਸੀ, ਰਿਧੀਆਂ ਸਿੰਘਾਂ ਦਿਖਾਲ ਕੇ। ਇਹ ਫਿਰ ਪਹਿਲਾ ਗ੍ਰਸਤੀ ਬਾਬਾ ਉੱਠਿਆ ਜਿਹਨੇ ਕਿਹਾ ਵੀ ਸਤਿਗੁਰ ਕੀ ਐਸੀ ਵਡਿਆਈ, ਪੁੱਤ ਕਲੱਤ ਵਿੱਚੇ ਗੱਤ ਪਾਈ। ਔਰ ਉਹਨਾਂ ਨੇ ਫਿਰ ਆ ਸ਼ਬਦ ਦਿੱਤੇ ਜਿਨ੍ਹਾਂ ਨਾਲ ਪਾਸਾ ਪਲਟ ਗਿਆ। ਔਰ ਲੇਕਿਨ ਸਿੱਖੀ ਫੇਰ ਉਸੇ ਤਰ੍ਹਾਂ ਇਹੋ ਹੀ ਕੰਮ ਕਰ ਰਹੀ ਹੈ, ਬਾਬੇ ਨੂੰ ਪਿੱਠ ਦੇ ਕੇ ਸਾਰੇ ਕੰਮ ਕਰ ਰਹੀ ਹੈ। ਮਖੱਟੂ ਹੋਵੇ ਕਿ ਕੰਨ ਪੜਾਏ, ਫਕਰ ਕਰੇ ਹੋਰ ਜਾਤੇ ਗਵਾ। ਫਿਰ ਉਹ ਜਿਹਨੂੰ ਕੰਨ ਪਾੜਦੇ ਸੀ, ਪਹਿਲੀ ਉਹਦੀ ਡਿਊਟੀ ਹੁੰਦੀ ਸੀ ਵੀ ਜਾ ਜਿਹੜੇ ਤੂੰ ਘਰ ਛੱਡੇ, ਆਪਣਾ ਘਰ ਵਾਲੀ ਛੱਡੀ ਹੈ ਜਾਂ ਸਾਰੇ ਰਾਜਾ ਗੋਪੀ ਚੰਦ ਵਰਗੇ ਨੂੰ ਜਾ ਠੂਠਾ ਫੜ ਔਰ ਉਸ ਘਰ 'ਚ ਜਾ ਕੇ ਮੰਗ ਕੇ ਲਿਆ। ਉਸੇ ਘਰ 'ਚੋਂ ਉਹ ਫਿਰ ਰੋਟੀ ਜੋਗੀ ਮੰਗ ਕੇ ਲਿਆ ਕੇ ਤੇ ਆਣ ਕੇ ਤੇ ਉੱਥੇ ਫਿਰ ਜੰਗਲ 'ਚ ਬੈਠ ਕੇ ਸਾਰੇ ਖਾਂਦੇ ਸੀ। ਔਰ ਉਹਨੂੰ ਪਹਿਲਾਂ ਮੰਗਣ ਭੇਜਦੇ ਸੀ। ਉਹ ਕਹਿੰਦੇ ਉਹ ਕਾਹਦੇ ਨਾਥ, ਕਾਹਦੇ ਸਿੱਧ, ਕਾਹਦੇ ਗੁਰੂ ਬਣੇ ਹੈ। ਗੋਰ ਪੀਰ ਸਦਾਏ ਮੰਗਣ ਜਾਏ, ਤਾਂ ਕੇ ਮੂਲੇ ਨਾ ਲੱਗੀ ये जो कैसी रीत चलाई है ना, वो है मखट्टू होए के ਕੰਨ ਪੜਾ। ਹੁਣ ਅੱਜ ਕੱਲ ਦੇ ਸਾਡੇ ਸਾਰੇ ਪੰਜਾਬ ਦੇ ਸਾਧਾਂ ਦਾ ਹਾਲ ਹੈ, ਕਿਸੇ ਨਾਲ ਸ਼ਾਦੀ ਨਹੀਂ, ਕਿਸੇ ਦੀ ਕੁਛ ਨਹੀਂ, ਸਭ ਫੰਡਰ ਤੇ ਸਾਰੇ ਹੀ ਛੜੇ, ਕਿਸੇ ਸਾਧ ਦਾ ਸਾਧੂ ਨਾ, ਬਲਕਿ ਸਾਰੇ ਗੁਰੂਆਂ ਦਾ ਵਿਆਹ, ਉਹਨਾਂ ਦੇ ਬੱਚੇ, ਸਾਰਾ कैसा उल्टा राज साध टोले ने चलाया संत समाज ने। ओ ये है मखट्टू होए के कंन पड़ाए, फकर करे और जाते गवाए। गोर पीर सदाए मंगण जाए, ताके मूले न लगी खाए किछ हाथों दे, नानक रहा पुछाने से। एक काल खाए किछ हाथों दे, नानक रहा पुछाने से। सिखी के भुखे लोग कर रहे हैं, भूखे मुल्ला करे मसीत, ज्ञान बेहुना गावे गीत। कोई रागी नहीं सी, कोई चीज़ां है ही नहीं सी गुरु काल विच। ज्ञान बेहुना गावे गीत, भुखे मुल्ला करे मसीत। अगला सी पन्ना 531 531 ਪੰਨੇ ਤੇ ਮਹੱਲੇ ਪੰਜਵੇਂ ਦਾ ਸ਼ਬਦ ਲੈਣੇ।
ਇਹਦੇ 'ਚ ਲਫ਼ਜ਼ ਆਏਗਾ ਇੱਕ ਸੰਤ ਦਾ। ਸਾਡਾ ਗੁਰਦੁਆਰਾ ਅੰਦਰ ਹੈ, ਸਾਡੀ ਧਰਮਸਾਲ ਅੰਦਰ ਹੈ, ਸਾਡਾ ਹਰਮੰਦਰ ਅੰਦਰ ਹੈ, ਉਹ ਹੈ ਦਸਮ ਦੁਆਰ। ਔਰ ਸਾਡਾ ਸੰਤ ਅੰਦਰ ਹੈ, ਸਾਡਾ ਸਤਿਗੁਰ ਅੰਦਰ ਹੈ, ਸਾਡਾ ਸਾਧ ਅੰਦਰ ਹੈ, ਸਾਡਾ ਮਹਾਂਪੁਰਖ ਅੰਦਰ ਹੈ, ਸਾਡਾ ਬ੍ਰਹਮ ਗਿਆਨੀ ਅੰਦਰ ਹੈ। ਅੱਜ ਕੱਲ੍ਹ ਦੇ ਜਿਹੜੇ ਕਲਟ ਚੱਲੇ ਵੱਡੇ ਵੱਡੇ, ਉਹ ਆਪਣੇ ਵੱਡਿਆਂ ਨੂੰ ਮਹਾਂਪੁਰਖ, ਆਪ ਪਿੰਡਰਾਂ ਵਾਲਿਆਂ ਕੋਲ ਕਿਸੇ ਕੋਲ ਪੁੱਛੋ ਜੀ ਕਾਇਸ ਬਾਣੀ ਦਾ, ਕਹਿੰਦੇ ਹੁਣੇ ਮੈਂ ਮਹਾਂਪੁਰਖਾਂ ਕੋਲ ਜਾ ਕੇ ਪੁੱਛ ਕੇ ਆਉਣਾ, ਉਹ ਆਪਣੇ ਵੱਡੇ ਨੂੰ ਮਹਾਂਪੁਰਖ ਕਹਿੰਦੇ। ਜਦ ਕਿ ਗੁਰੂ ਨਾਨਕ ਕਹਿੰਦਾ ਬਾਣੀ, ਗੁਰੂ ਨਾਨਕ ਦੀ ਬਾਣੀ ਹੈ, ਬਾਣੀ ਮਹਾਂਪੁਰਖ ਕੀ, ਬਾਣੀ ਵਿਰਲੋ ਵਿਚਾਰ ਸੀ। ਇੱਥੋਂ ਸ਼ੁਰੂ ਕਰਦੇ ਆ ਦੱਖਣੀ ਓਂਕਾਰ 'ਚ, ਬਾਣੀ ਵਿਰਲੋ ਵਿਚਾਰ ਸੀ, ਜੇ ਕੋਈ ਗੁਰਮੁਖੇ ਹੋਏ, ਇਹ ਬਾਣੀ ਮਹਾਂਪੁਰਖ ਕੀ। ਹੁਣ ਇਹ ਸਾਰੀ ਬਾਣੀ ਭਿੰਡਰਾਂ ਵਾਲਿਆਂ ਦੇ ਹੋਵੇਗੀ, ਇਹ ਬਾਣੀ ਮਹਾਂਪੁਰਖ ਕੀ। ਨਿਜ ਘਰੇ ਵਾਸਾ ਹੋਏ, ਤੇਰੇ ਅੰਦਰ ਹੀ ਵਾਸਾ ਹੋ ਜਾਣਾ ਰੱਬ ਦਾ। ਇਹ ਬਾਣੀ ਮਹਾਂਪੁਰਖ, ਮਹਾਂਪੁਰਖ ਵੱਡਾ ਪੁਰਖ, ਮਹਾਂਪੁਰਖ ਉਹ ਰੱਬ ਆਪ ਹੈ। ਇਹਨਾਂ ਲਫ਼ਜ਼ਾਂ ਦੀ ਟਰਮਨੋਲੋਜੀ ਗਲਤ ਕਰਕੇ ਸਾਰੇ ਸਿੱਖ ਕੌਮ ਦੇ ਬ੍ਰੇਨ ਵਾਸ਼ ਆਊਟ ਕੀਤੇ ਹੈ। ਸਾਡਾ ਬ੍ਰਹਮ ਗਿਆਨੀ ਸੁਖਮਨੀ ਸਾਹਿਬ ਦਾ, ਸਾਡਾ ਸਤਿਗੁਰ, ਸਾਡਾ ਸਾਧ, ਸਾਡਾ ਸੰਤ, ਇਹਦੇ ਥੱਲੇ ਔਂਕੜ ਆ ਜਾਏ, ਇਹ ਸਾਰਾ ਹੀ ਅੰਦਰ ਆਇਆ। ਕਿਉਂਕਿ ਰਿਲੇਟਿਵ ਨਾਂ ਦਿੱਤੇ ਹੈ। ਠਾਕਰ ਉਹਨਾਂ ਦਾ ਬਾਹਰ ਹੁੰਦਾ ਸੀ, ਸਾਡਾ ਠਾਕਰ ਤੂੰ ਠਾਕਰ ਤੁਮ ਪੈ ਅਰਦਾਸ। ਉਹਨਾਂ ਦਾ ਸੰਤ ਸਾਧੂ ਸਤਿਗੁਰ ਦੇਹ 'ਚ, ਸਾਡੀ ਕੋਈ ਚੀਜ਼ ਦੇਹ ਨਹੀਂ। ਉਹਨਾਂ ਦਾ ਗੁਰੂ ਦੇਹ 'ਚ, ਸਾਡੀ ਕੋਈ ਚੀਜ਼ ਦੇਹ 'ਚ ਨਹੀਂ ਹੈ। ਇਸ ਕਰਕੇ ਇਹ ਰਿਲੇਟਿਵ ਲਫ਼ਜ਼ ਹੈ, ਯੁੱਗ ਨੂੰ ਪਲਟਾ ਦੇਣਾ ਸੀ। ਇਸ ਕਰਕੇ ਹਿੰਦੂਇਜ਼ਮ ਰਿਸ਼ੀ ਮੁਨੀਆਂ ਤੋਂ ਇਹ ਚੀਜ਼ਾਂ ਦੇਹਾਂ 'ਚ ਮੰਨੀਆਂ ਜਾਂਦੀਆਂ ਸੀ। ਗੁਰੂ ਨਾਨਕ ਨਾ ਆਣ ਕੇ ਔਰ ਭਗਤਾਂ ਨਾ ਆਣ ਕੇ ਯੁੱਗ ਯੁੱਗ 'ਚ ਵੀ, ਔਰ ਹੁਣ ਲਹਿਰ ਹੈ ਭਗਤੀ ਲਹਿਰ ਦੇ ਵਿੱਚ, ਕੋਈ ਵੀ ਚੀਜ਼ ਬਾਹਰ ਨਹੀਂ, ਸਭ ਅੰਦਰ ਹੈ। ਹੁਣ ਸੰਤਾਂ ਦਾ ਨਾਵ, ਅੱਜ ਅਸੀਂ ਸੰਤਾਂ ਦੀ ਨਾਵ ਨਿਖੇਰਨੀ ਹੈ। ਪੰਨਾ 531 ਵੀ ਇਹ ਕਿਹੜੇ ਸੰਤ ਦਾ ਦੁਆਰਾ ਹੈ, ਜਿੱਥੇ ਜਿੱਥੇ ਭਰਮ ਭਰਮ ਕੇ ਗੁਰੂ ਅਰਜਨ ਪਾਤਸ਼ਾਹ ਕਹਿੰਦਾ ਵੀ ਮੈਂ ਹਾਰ ਕੇ ਮੈਂ ਐਸ ਦੁਆਰੇ ਆ ਗਿਆ। ਉਹ ਸੰਤ ਦਾ ਦੁਆਰਾ ਉਹੀ ਦਸਮ ਦੁਆਰ ਹੈ। ਹੁਣ ਅਸੀਂ ਇਹ ਸ਼ਬਦ ਚੱਕਦੇ ਹਾਂ ਪੰਨਾ 531 ਦੇ ਉੱਤੇ, ਦੇਵ ਗੰਧਾਰੀ ਮਹੱਲਾ 5ਵਾਂ। ਸੰਤ ਦੁਆਰੇ ਆਇਓ, ਸੰਤ ਦੁਆਰੇ ਆਇਓ। ਇਹ ਕਿਹੜਾ ਸੰਤ ਹੈ? ਰਾੜੇ ਵਾਲਾ, ਕਲੀਰਾਂ ਵਾਲਾ, ਜਾਂ ਹੋਰ ਕਿਹੜੇ ਸੰਤਾਂ ਦੇ ਦੁਆਰੇ ਡੇਰਿਆ? ਕਿਹੜੇ ਦੁਆਰੇ ਮਹੱਲਾ 5ਵਾਂ ਜਾ ਰਿਹਾ ਹੈ? ਕੀ ਇਹ ਗੁਰੂ ਰਾਮਦਾਸ ਸਾਹਿਬ ਦੇ ਦੁਆਰੇ ਜਾ ਰਿਹਾ? ਉਹ ਤੇ ਉਹਦਾ ਬਾਪ ਘਰ ਸੀ ਗੁਰੂ। ਉਹ ਕਿਹੜਾ ਸੰਤ ਕਿਹਨੂੰ ਮੰਨਿਆ ਹੈ ਮਹਾਰਾਜ ਨੇ? ਇਸੇ ਕਰਕੇ ਅਸੀਂ ਡੈਫੀਨੇਸ਼ਨ, ਇਕੁਏਸ਼ਨ, ਫਾਰਮੂਲਾ, ਥੰਬ ਰੂਲ ਬਣਾਇਆ ਹੈ। ਸੰਤ ਇਜ਼ ਇਕੁਅਲ ਟੂ ਸਾਧ ਇਜ਼ ਇਕੁਅਲ ਟੂ ਸਤਿਗੁਰ। ਸਾਰਾ ਮਾਮਲਾ ਹੀ ਸਾਫ਼ ਹੋ ਜਾਂਦਾ। ਜੋ ਗੁਰੂ ਨਾਨਕ ਦਾ ਸੰਤ, ਉਹੀ ਸਾਡਾ ਸੰਤ, ਉਹੀ ਮਹੱਲੇ 5ਵੇਂ ਦਾ ਸੰਤ। ਹੁਣ ਮਹੱਲਾ 5ਵਾਂ ਸੰਤ ਦੁਆਰਾ ਲੱਭ ਰਿਹਾ ਹੈ। ਸੰਤ ਦੁਆਰੇ ਆਇਓ, ਤੇ ਗੁਰੂ ਨਾਨਕ ਕਹਿੰਦਾ ਵੀ ਸੰਤ ਕਿੱਥੇ ਹੈ? ਗੁਰੂ ਨਾਨਕ ਸਿੱਧਾ ਨੂੰ ਸੰਤ ਸਮਝਾ ਰਿਹਾ ਹੈ। ਸਿੱਧ ਗੋਸ਼ਟ ਉਹ ਕਹਿ ਰਿਹਾ ਹੈ, ਸਿੱਧ ਗੋਸ਼ਟ ਸ਼ੁਰੂ ਇੱਥੋਂ ਹੁੰਦੀ ਹੈ। ਆ ਦੇਖੋ ਬਾਬੇ ਨਾਨਕ ਦਾ ਸੰਤ, ਜੋ ਬਾਬੇ ਨਾਨਕ ਦਾ ਸੰਤ, ਉਹ ਸਾਰੇ ਗਾ ਮਹੱਲਿਆਂ ਦਾ ਸੰਤ। ਗੁਰੂ ਨਾਨਕ ਕਹਿੰਦਾ ਸਿੱਧਾ ਨੂੰ ਮੇਰੇ ਸੰਤ ਦੀ ਦੇ ਨਹੀਂ ਆ। ਦੇਖੋ ਮੈਂ ਤੁਹਾਨੂੰ ਆਪਣਾ ਸੰਤ ਦੱਸਣ ਲੱਗਾ ਹਾਂ। ਉਹ ਹੈ ਸਿੱਧ ਸਭਾ ਕਰ ਆਸਣੇ ਬੈਠੇ। ਸਿੱਧ ਸਭਾ ਮਤਲਬ ਇੱਥੋਂ ਸਿੱਧ ਘੋਸ਼ ਸ਼ੁਰੂ ਕਰਦੇ, ਜਿਹੜਾ ਉਹਨਾਂ ਦਾ ਮਾਸਟਰਪੀਸ ਹੈ ਗੁਰੂ ਨਾਨਕ ਦਾ, ਐਡਾ ਉੱਚਾ ਸਪਿਰਚੁਅਲ ਗਿਆਨ। ਉਹ ਕਹਿੰਦੇ ਦੇਖੋ ਮੇਰਾ ਸੰਤ ਕਿਹੜਾ? ਸਿੱਧ ਸਭਾ ਕਰ ਆਸਣੇ ਬੈਠੇ, ਸੰਤ ਸਭਾ ਜੈਕਾਰੋ, ਸੰਤ ਸਭਾ ਜੈਕਾਰੋ। ਤਿਸ ਆਗੇ ਰਹਿ ਰਾਸ ਹਮਾਰੀ, ਸਾਚਾ ਆਪਰੇ ਅਪਾਰੋ। ਤਿਸ ਆਗੇ ਰਹਿ ਰਾਸ ਹਮਾਰੀ, ਸਾਚਾ ਆਪਰੇ ਅਪਾਰੋ। ਮਸਤਕ ਕਾਟ ਤਰੀ ਤਿਸ ਆਗੇ, ਤਨ ਮਨ ਆਗੇ ਦੇਉ। ਮਸਤਕ ਕਾਟ ਤਰੀ ਤਿਸ ਆਗੇ, ਤਨ ਮਨ ਆਗੇ ਦੇਉ।
ਨਾਨਕ ਸੰਤ ਮਿਲੇ ਸੱਚ ਪਾਈਏ, ਸਹਿਜ ਪਾਏ ਜਸ ਲੈ। ਨਾਨਕ ਸੰਤ ਮਿਲੇ ਸੱਚ ਪਾਈਏ, ਸਹਿਜ ਪਾਏ ਜਸ ਲੈ। ਨਾਨਕ ਬਾਬਾ ਨਾਨਕ ਦਾ ਕਿਹੜਾ ਸੰਤ ਹੋ ਗਿਆ? ਨਾਨਕ ਸੰਤ ਮਿਲੇ ਸੱਚ ਪਾਈਏ, ਸਹਿਜ ਪਾਏ ਜਸ ਲੈ। ਚਾਰ ਸੰਤਨ ਨੈ ਪੁੱਤਰਾ, ਭਾਈ ਸੰਤ ਦੁਆਰੇ। ਬਾਬਾ ਨਾਨਕ ਸੰਤ ਸਤਿਗੁਰ ਨੂੰ ਕਹਿ ਰਿਹਾ, ਸੰਤ is equal to ਸਾਧ is equal to ਸਤਿਗੁਰ। ਹੋਰੀ ਬਾਣੀ ਚ ਸਤਿਗੁਰ ਸਾਧ ਹੈ, ਸਾਡੀ ਬਾਣੀ ਚ ਸੰਤ ਸਤਿਗੁਰ ਹੈ। ਜਿਹੜਾ ਸਤਿਗੁਰ ਦੀ ਦੇਹ ਨਹੀਂ ਹੈ ਤੇ ਉਹਦੇ ਦੁਆਰੇ ਆ ਰਿਹਾ ਮਹੱਲਾ ਪੰਜਵਾਂ, ਸੰਤ ਦੁਆਰੇ ਆਇਓ, ਸੰਤ ਦੁਆਰੇ ਆਇਓ। ਜਦੋਂ ਸਿੱਖ ਸੰਗਤ ਐਜੂਕੇਟ ਹੋ ਗਈ ਨਾ, ਹਰ ਇੱਕ ਇਹਨਾਂ ਦੇ ਸਾਧਾਂ ਜਿਹਨਾਂ ਨੇ ਲਫ਼ਜ਼ ਵਿਗਾੜੇ ਆ ਉਹਨਾਂ ਨੂੰ ਪੁੱਛਣਗੇ ਵੀ ਭਾਈ ਸਾਹਿਬ ਜੀ ਇੱਥੇ ਕੀ ਮਤਲਬ ਹੈ? ਬਾਬਾ ਨਾਨਕ ਸੰਤ ਲਿਖ ਲਿਆ, ਉਹਦਾ ਕੀ ਮਤਲਬ ਹੈ? ਉਹਦਾ ਕਿਹੜਾ ਸੰਤ ਹੈ? ਇਹਨਾਂ ਨੂੰ ਫੇਰ ਭੱਜਣਗੇ। ਸੰਗਤ ਐਜੂਕੇਟ ਹੋ ਰਹੀ ਹੈ ਹੌਲੀ ਹੌਲੀ ਸਾਰੀ ਪੰਜਾਬ ਦੀ। और वो दिन गए जब खलील खां फाख्ता उड़ाया करते थे। इन्हां साधां दे वो दिन गए जब पसीना गुलाब था। इन्हां दे सारियां तो जवाब संगत लेगी जिन्हां दा एड़ा चूस के कमाई किसानां दी और पिंडां वालियां दी गाढ़े पसीना दी ਜਿਹੜੇ डेरे बनाए और 65 जुत्तियां रखियां पाउण नूं और मारो एडा ठाठ। इन्हां नूं पुछो ते सारी हराम दी कमाई च तुसीं किहड़ी घाल खा के कीता है? घाल खाए नानक राहो पछाणे से। संत नहीं अपने आप नूं पहला सिख कहा लो। फेरत बहुत श्रम पायो। श्रम कहंदे हार्ड लेबर करन। मैं बड़ी हार्ड लेबर कीती भी जिहड़ा संत है बाबे नानक वाला ये किते मिल जे पर सारे द्वारे देखे। हालांकि भट्ट बाणी कह रही है भी साध बथेरे डिट्टे। वो एडे वड्डे नॉलेजेबल गुरसिख सी ਜਿਹੜੇ ਚਾਰ ਭੱਟ ਆਏ ਔਰ ਉਹਨਾਂ ਨੇ ਕਿਹਾ ਸਾਰਾ ਹਿੰਦੁਸਤਾਨ ਫਿਰਿਆ ਸੀ ਪਰ ਸਾਨੂੰ ਸੰਤ ਸਾਧ ਨਹੀਂ ਮਿਲੇ। ਪਰ ਇੱਥੇ ਆਣ ਕੇ ਕੁਝ ਠੰਡ ਪੈਂਦੀ ਹੈ। ਉਹ ਕਹਿੰਦੇ ਰਿਹਾ ਟੋਲ ਸੰਤ ਬਥੇਰੇ ਡਿੱਠੇ ਕਿਸੇ ਨਾਲ ਪਰਚੋ ਲਾਇਓ। ਉਹਨਾਂ ਨੇ ਫਿਰ ਬਾਣੀ ਵਿਚਾਰੀ ਔਰ ਉਹਨਾਂ ਦੀ ਫਿਰ ਬਾਣੀ ਪੋਥੀ ਚ ਆਈ और उन्होंने फिर डडिया की किया भी सते साचो सरी निवास साधे पुरख सदा तुमी वाहे गुरु वाहे गुरु वाहे गुरु वाहे गुरु। ਉਹ ਸਾਡੇ ਸੰਤ ਦੀ ਸਾਧ ਦੀ ਅੱਖਰ ਦੇਹ ਹੈ। ਨਾਮ ਹੀ ਨਾਮ ਹੈ, ਉਹ ਸਤਿਗੁਰੂ ਆਪ ਹੈ। ਇਸ ਕਰਕੇ ਮਹੱਲਾ ਪੰਜਵਾਂ ਵੀ ਹੁਣ ਕਹਿੰਦਾ ਵੀ ਮੈਂ ਬਹੁਤ ਇੱਕ ਐਸਾ ਸ਼ਬਦ ਦੇ ਰਹੇ ਨੇ ਜਿਹੜੇ ਤੇ ਕਹਿ ਰਹੇ ਵੀ ਮੈਂ ਜਦੋਂ ਉਹ ਦੁਆਰਾ ਲਿਖ ਦਿੱਤਾ ਗੁਰਦੁਆਰਾ ਠਾਕੁਰ ਦੁਆਰਾ ਤੁਹਾਡਾ ਦਸਮ ਦੁਆਰ ਇਹ ਸਾਰੀ ਅੰਦਰਲੀ ਸਪਿਰਚੁਅਲ ਸਟੇਜ ਵਾਲਾ ਇਸ਼ਾਰਾ ਹੈ। ਸੰਤ ਦੁਆਰਾ आयो संत द्वारे आयो। फिरत फेरत बहुत शर्म पायो। फिरत फेरत बहुत श्रम पायो और संत क्यों? अगली लाइन है अखीरली तोड़े वाली। करी कृपा पार ब्रह्मे स्वामी। करी कृपा पार ब्रह्मे स्वामी। नानक लियो समायो। नानक लियो समायो। पार ब्रह्म ने किरपा की मैनू अपने च समा लिया। केड़ा संत निकलिया फिर
ਕਰੀ ਕਿਰਪਾ ਪਾਰ ਬ੍ਰਹਮੇ ਜੀ ਆਪਣੇ ਪਹਿਲੇ ਮੁਹੱਲੇ ਦਾ ਨਾਂ ਲਿਖ ਜਾਂਦੇ, ਕੋਈ ਨਾਂ ਲਿਖ ਜਾਂਦੇ ਸੰਤ ਦਾ। ਕਰੀ ਕਿਰਪਾ ਪਾਰ ਬ੍ਰਹਮੇ ਸੁਆਮੀ ਨਾਨਕ ਲਿਆ ਸਮਾਇ। ਨਾਨਕ ਛਾਪ ਆ ਉੱਤੇ ਗੂਠਾ ਰੱਖ ਲਓ, ਉਹਦਾ ਕੋਈ ਮਤਲਬ ਨਹੀਂ ਆ। ਪਾਰ ਬ੍ਰਹਮ ਸਵਾਮੀ ਨੇ ਕੀ ਕੀਤਾ, ਆਪਣੇ ਚ ਮੈਨੂੰ ਸਮਾ ਲਿਆ। ਇਸੇ ਕਰਕੇ ਜਿਹੜੇ ਸਿੱਖ ਪਾਟ ਆਏ ਉਹਨਾਂ ਨੇ ਬਾਣੀ ਦਿੱਤੀ, ਪ੍ਰਤੱਖ ਹਿਰਦੇ ਗੁਰ ਅਰਜਨ ਕੇ ਪੂਰਨ ਬ੍ਰਹਮ ਨਿਵਾਸ ਲਿਓ। ਪੂਰੇ ਦਾ ਪੂਰਾ ਬ੍ਰਹਮ ਗੁਰੂ ਅਰਜਨ ਦੇ ਹਿਰਦੇ ਚ ਆ ਗਿਆ ਸੀ। ਦੇਖੋ ਅਚਰਜ ਭਇਆ, ਜੈ ਠਾਕ ਕੋ ਸੁਨਤ ਅਗਾਧ ਬੋਧ, ਸੋ ਹਿਰਦੇ ਗੁਰ ਦਿਆ। ਉਹੀ ਸਾਡਾ ਸੰਤ ਹੈ, ਉਹੀ ਸਾਧ ਹੈ, ਉਹੀ ਹੈ ਜਿਹੜਾ ਹਿਰਦੇ ਚ ਆ ਜਾਂਦਾ ਹੈ। ਤੋ ਕਰੀ ਕਿਰਪਾ ਪਾਰ ਬ੍ਰਹਮੇ ਸੁਆਮੀ, ਕਰੀ ਕਿਰਪਾ ਪਾਰ ਬ੍ਰਹਮੇ ਸੁਆਮੀ ਨਾਨਕ ਲਿਆ ਸਮਾਇਆ। ਸਮਾਉਣਾ ਕੀ ਹੈ? ਜਿਹੜਾ ਜਪਦਾ, ਜਪਣ ਦੇ ਰੂਪ ਚ ਸਮਾ ਜਾਈਦਾ। ਮਹਲਾ ਚੌਥਾ ਕਹਿੰਦਾ, ਜਿੰਨੀ ਸੇਵਿਆ ਮੇਰਾ ਹਰ ਜੀ, ਤੇ ਹਰੇ ਹਰੇ ਰੂਪੇ ਸਮਾਸੀ। ਇਹ ਉਹ ਸਪਿਰਿਚੁਅਲ ਸਟੇਜ ਆ ਜਿਹੜਾ ਜਪਣ ਦੇ ਰੂਪ ਚ ਹੀ ਸਮਾ ਜਾਂਦਾ ਬੰਦਾ। ਕਰੀ ਕਿਰਪਾ ਪਾਰ ਬ੍ਰਹਮੇ ਸੁਆਮੀ, ਕਰੀ ਕਿਰਪਾ ਪਾਰ ਬ੍ਰਹਮੇ ਸੁਆਮੀ ਨਾਨਕ ਲਿਓ ਸਮਾਇਆ, ਨਾਨਕ ਲਿਓ ਸਮਾਇਆ। ਇਹ ਅਖੀਰਲੀ ਲਾਈਨ ਸੀ। ਸ਼ਬਦ ਇੱਥੋਂ ਸ਼ੁਰੂ ਹੁੰਦਾ ਵੀ ਇਨਸਾਨ ਨੂੰ ਜਦੋਂ ਜਨਮ ਮਿਲਦਾ ਹੈ ਮਾਨਸ ਦਾ, ਉਹ ਮਾਇਆ 'ਚ ਫੜਿਆ ਜਾਂਦਾ ਹੈ। ਜਿੱਦਾਂ ਕੋਈ ਸੁਪਨਾ ਬੰਦੇ ਨੂੰ ਆ ਰਿਹਾ ਹੋਵੇ ਕਿਸੇ ਨੂੰ, ਉਹ ਸੁਪਨੇ ਦੀ ਅਵਸਥਾ ਐਸੀ ਹੈ। ਫਿਰ ਜਦੋਂ ਉਹ ਜਾਗਦਾ ਕਹਿੰਦਾ, ਮੈਂ ਤੇ ਯਾਰ ਚੰਗਾ ਹੋ ਗਿਆ, ਸੁਪਨਾ ਨਿਕਲਿਆ, ਮੈਂ ਤੇ ਬਹੁਤ ਦੁਖੀ ਸੀ ਸੁਪਨੇ 'ਚ। ਸੁਪਨਾ ਕਿਸੇ ਵੇਲੇ ਐਸਾ ਭੈੜਾ ਆਉਂਦਾ, ਬੰਦਾ ਜਦੋਂ ਜਾਗਦਾ ਤੇ ਕਹਿੰਦੇ ਯਾਰ ਸ਼ੁਕਰ ਹੈ ਸੁਪਨਾ ਸੀ। ਇਸ ਤਰ੍ਹਾਂ ਜਿਹੜਾ ਸਾਡਾ ਸਾਰਾ ਮਾਨਸ ਜਨਮ 'ਚ ਮਾਇਆ 'ਚ ਨਿਕਲ ਜਾਂਦਾ ਹੈ ਨਾ, ਜਦੋਂ ਆਣ ਕੇ ਅਖੀਰਲੀ ਲਾਈਨ ਵਰਤਦੀ ਆ ਉਹਨੂੰ, ਉਹ ਕਹਿੰਦੇ ਯਾਰ ਇਹ ਤੇ ਚੰਗਾ ਹੋ ਗਿਆ, ਸੁਪਨਾ ਹੀ ਸੀ ਸਾਰਾ। ਇਸ ਕਰਕੇ ਮਾਨਸ ਜਨਮ 'ਚ ਮਾਇਆ 'ਚ ਤੁਰੇ ਫਿਰਨਾ, ਐਸ ਅਵਸਥਾ ਤੱਕ ਨਾ ਪਹੁੰਚਣਾ ਸਾਰਾ ਹੀ ਦੁਖਦਾਇਕ ਜੀਵਨ। ਔਰ ਇੱਥੋਂ ਮਾਰਜ ਕਹਿੰਦੇ ਚੰਚਲ ਸੁਪਨੇ ਹੀ ਉਰਝਾਇਓ। ਸਾਰੀ ਉਮਰ ਮਨ ਚੰਚਲ ਰਿਹਾ ਔਰ ਸੁਪਨੇ ਤੇ ਵਿੱਚ ਹੀ ਮਾਇਆ 'ਚ ਉਰਝਾਇਆ ਰਿਹਾ, ਮਤਲਬ ਮਾਨਸ ਜਨਮ ਬੇਅਰਥ ਚਲ ਗਿਆ। ਚੰਚਲ ਸੁਪਨੇ ਹੀ ਉਰਝਾਇਓ, ਚੰਚਲ ਸੁਪਨੇ ਹੀ ਉਰਝਾਇਓ, ਚੰਚਲ ਸੁਪਨੇ ਹੀ ਉਰਝਾਇਓ। ਇਤਨੀ ਨਾ ਬੂਝੇ ਕਬ ਹੂੰ ਚੱਲਣਾ। ਸਾਰੀ ਉਮਰ ਇਸ ਦਾ ਫਿਕਰ ਨਹੀਂ ਆਉਂਦਾ ਵੀ ਮੈਂ ਤੇ ਚਲੇ ਜਾਣਾ। ਜਿਨ੍ਹਾਂ ਨੂੰ ਫਿਕਰ ਪੈ ਜਾਂਦਾ ਉਹ ਲਿਖ ਜਾਂਦੇ ਨੇ ਗੁਰੂ ਰਾਮਦਾਸ ਸਾਹਿਬ ਵਰਗੇ, ਹਰ ਜਪਦਿਆਂ ਖੇਨ ਢੇਲਣਾ ਕੀਚੇ ਮੇਰੀ ਜਿੰਦੜੀਏ, ਮੱਤ ਕੇ ਜਾਪੇ ਸਾਹ ਆਵੇ ਕਿ ਨਾ ਆਵੇ। ਜਿਹੜੀਆਂ ਗੁਰੂ ਪਦਵੀਆਂ ਇਸ ਪਦਵੀ ਤੱਕ ਪਹੁੰਚੀਆਂ, ਇੱਕ ਸਾਹ ਦਾ ਵਿਸ਼ਵਾਸ ਇਹਨਾਂ ਨੇ ਕੀਤਾ ਵੀ ਅਗਲਾ ਪਤਾ ਇਹ ਸਾਹ ਆਉਣਾ ਕਿ ਨਹੀਂ ਆਉਣਾ। ਇਸ ਕਰਕੇ ਮਹਾਰਾਜ ਕਹਿੰਦੇ ਵੀ ਤੈਨੂੰ ਇਤਨੀ ਨਾ ਬੂਝੇ ਕਭੂ ਚੱਲਣਾ, ਵੀ ਤੂੰ ਕਿਤੇ ਚਲੀ ਜਾਣਾ। ਸਾਰੀ ਉਮਰ ਤੂੰ ਇੱਕ ਚੀਜ਼ ਬੁੱਝਦਾ ਹੀ ਨੂੰ ਵੀ ਮੇਰੀ ਮੌਤ ਵੀ ਹੋਣੀ ਹੈ। ਕਿਉਂ? ਚੰਚਲ ਸੁਪਨੇ ਹੀ ਉਰਝਾਇਓ। ਸਾਰੀ ਜ਼ਿੰਦਗੀ ਸੁਪਨਾ ਹੈ, ਚੰਚਲ ਸੁਪਨੇ। ਜਦ ਤੱਕ ਕਿ ਆਤਮਿਕ ਜਾਗ ਨਹੀਂ ਖੁੱਲਦੀ ਅੰਦਰ ਬੰਦੇ ਦੀ, ਆ ਜਿਹੜੀਆਂ ਅੰਦਰਲੀਆਂ ਅੱਖਾਂ ਨਹੀਂ ਖੁੱਲਦੀਆਂ, ਦੇਖਦਾ ਨਹੀਂ ਵੀ ਮੈਂ ਕੋਈ ਸਪਿਰਿਚੁਅਲਿਜ਼ਮ ਇੱਕ ਪੌਡਾ ਵੀ ਨਹੀਂ ਚੜਿਆ ਤਾਂ ਅੰਦਰ। ਬਾਕੀ ਸਾਰੀ ਚੀਜ਼ ਕੀ ਹੈ? ਚੰਚਲ ਸੁਪਨੇ ਹੀ ਉਰਝਾਇਓ। ਗੁਰੂ ਨਾਨਕ ਚੰਚਲ ਦੀ ਬੜੀ ਅਜੀਬ ਡੈਫੀਨੇਸ਼ਨ ਦਿੰਦਾ ਵੀ ਇਨਸਾਨ ਕਾਹਦਾ ਬਣਿਆ। ਉਹ ਹੈ ਚੰਚਲ, चपल, बुद्ध की खेल, पौने पानी, अग्नि का मेल, 9 दरवाजे, 10वां द्वार, बुझरे ज्ञानी, ये विचार, देही माटी, बोले पौन, बुझरे ज्ञानी, मूआ है कौन। इत्थों शुरू कर दे भई इन्हां 5 तत्तां दा इंसान बन जाता है, पर इहदे अंदर की हुंदी है।
ਪੌਣੇ, ਪਾਣੀ, ਅਗਨੀ, ਇਹ 3 ਤੱਤ ਲਿਖੇ ਹੈ। ਸਾਡੀ ਬਾਣੀ ਦਾ ਇੱਕ ਐਸਾ ਰੂਲ ਹੱਥ ਆ ਰਿਹਾ ਵੀ ਇਹ ਕਵਿਤਾ ਹੈ, ਪੋਇਟਰੀ ਹੈ। ਇਹਦੇ ਵਿੱਚ 5 ਤੱਤ ਕਈ ਥਾਂ 2 ਤੱਤ ਲਿਖੇ ਹੋਣਗੇ, 3 ਲਿਖੇ ਹੋਣਗੇ, 4 ਲਿਖੇ ਹੋਣਗੇ। ਸਮਝਣੇ 5 ਹੀ ਚਾਹੀਦੇ, ਕਿਉਂਕਿ ਪੋਇਟਰੀ 'ਚ ਉਨੇ ਕੀ ਆਉਂਦੇ ਆ, ਪਵਨੇ, ਪਾਣੀ, ਅਗਨੀ ਕਾ ਮੇਲ। ਬਾਕੀ 2 ਤੱਤ ਨਹੀਂ ਉਹਨਾਂ ਨੇ ਲਿਖੇ। ਇਹਦਾ ਮਤਲਬ 5 ਤੱਤਾਂ ਦਾ ਬੰਦਾ ਬਣਦਾ। ਜਿੱਦਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਦੀ ਜੁੰਡਲੀ ਇਕੱਠੀ ਹੈ। ਇਹ ਚੰਡਾਲ ਚੌਂਕੜੀ 5 ਦੀ 5 ਹੀ, ਜਿੱਥੇ ਇੱਕ ਵੀ ਲਿਖਿਆ ਜਾਏ 5 ਲਈ ਇਸ਼ਾਰਾ ਹੁੰਦਾ। ਜਿੱਦਾਂ ਕਾਮੇ ਕ੍ਰੋਧੇ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਇਹਦਾ ਮਤਲਬ ਬਾਕੀਆਂ ਦੀ ਛੁੱਟੀ ਆ। ਕਾਮੇ ਕ੍ਰੋਧੇ ਨਗਰ ਬਹੁ ਭਰਿਆ, ਬਾਕੀ 3 ਲਿਖ ਨਹੀਂ ਸਕਦੇ। ਇਹ ਅਸੀਂ ਖੋਜੀਆਂ ਲਈ, ਆਪਣੇ ਸਾਥੀਆਂ ਲਈ ਗਿਆਨ ਦੇਣਾ ਚਾਹੁੰਦੇ। ਜਦੋਂ ਵੀ ਬਾਣੀ 'ਚ 2 ਪੜ੍ਹੋ, 3 ਪੜ੍ਹੋ, ਉਹ ਸਾਰੀ ਟੀਮ ਵਾਲੀ ਇਸ਼ਾਰਾ ਹੈ। ਇਸ ਕਰਕੇ ਕਾਮੇ ਕ੍ਰੋਧੇ ਨਗਰ ਬਹੁ ਭਰਿਆ, ਮਿਲੇ ਸਾਧੂ ਖੰਡਲ ਖੰਡਾ, ਕਾਮੇ ਦੇ ਨਾਲ ਬਾਕੀ ਹਮੇ ਛੁੱਟ ਗਈ ਹੈ। ਤੋ ਇਸ ਕਰਕੇ ਜਿੱਥੇ 2 ਆ ਜਾਣ, ਥੰਮ ਰੂਲ ਹੈ ਸਾਰੀ ਬਾਣੀ ਦੇ ਗਿਆਨ ਦਾ, ਵੀ ਉੱਥੇ 5 ਹੀ ਸਮਝਣਾ। ਐਦਾਂ ਜੇ 5 ਤਾਂ 2 ਦੱਸੇ ਹੋਣ ਤੇ ਉੱਥੇ 5 ਹੀ ਸਮਝਣਾ। ਆਬ ਹੈ ਪੌਣੇ, ਪਾਣੀ, ਅਗਨੀ ਕਾ ਮੇਲ। ਵਿੱਚ ਇੱਕ ਹੋਰ ਚੀਜ਼ ਹੈ, ਚੰਚਲ ਚਪਲ ਬੁੱਧ ਕਾ ਖੇਲ। ਸਾਰੀ ਉਮਰ ਹੀ ਚੰਚਲ ਚਪਲ ਇਸ ਬੁੱਧ ਦੇ ਵਿੱਚ ਨਿਕਲ ਜਾਂਦੀ। ਤੇ ਮਹਾਰਾਜ ਕਹਿੰਦੇ ਚੰਚਲ ਸੁਪਨੇ ਤੋਰੇ ਜਾਇਓ, ਚੰਚਲ ਸੁਪਨੇ ਤੋਰੇ ਜਾਇਓ। ਸੁਪਨਾ ਕੀ ਹੈ? ਇੰਨਾ ਬੰਦਾ ਸੈਕਸ ਕਰਦਾ ਸਾਰੀ ਉਮਰ। ਅਸੀਂ ਸਿੱਧੀਆਂ ਜਿਹੀਆਂ ਚੀਜ਼ਾਂ ਜੋ ਬਾਣੀ 'ਚ ਲਿਖੀਆਂ ਉਹ ਕਹਿ ਰਹੇ ਨੇ। ਅਨਕ ਭੋਗ ਵਿਖਿਆ ਕੇ ਕਰੇ, ਇਹਨੂੰ ਜ਼ਹਿਰ ਲਿਖਿਆ ਮਹਾਰਾਜ ਨੇ। ਅਨਕ ਭੋਗ ਵਿਖਿਆ ਕੇ ਕਰੇ, ਠੀਕ ਹੈ, ਜ਼ਰੂਰੀ ਹੈ, ਪਰ ਕਰ ਲਾ। ਪਰ ਇੰਨੇ ਇਹਦੇ 'ਚ ਹੀ ਉਲਝਾ ਗਿਆ ਸਾਰੀ ਉਮਰ। ਅਨਕ ਭੋਗ ਵਿਖਿਆ ਕੇ ਕਰੇ, ਨੈ ਤ੍ਰਿਪਤਾਵੇਂ ਖਪ ਖਪ ਮਰੇ, ਬਿਨਾ ਸੰਤੋਖ ਨਹੀਂ ਕੋ ਰਾਜਾ। ਕੋਈ ਰੱਜਿਆ ਨਹੀਂ ਹੈ ਬਗੈਰ ਸੰਤੋਖ ਤੋਂ। ਸੰਤੋਖ ਕਰ, ਕੰਟਰੋਲ ਕਰ ਕੁਛ। ਅਨਕ ਭੋਗ ਵਿਖਿਆ ਕੇ ਕਰੇ, ਨੈ ਤ੍ਰਿਪਤਾਵੇਂ ਖਪ ਖਪ ਮਰੇ, ਬਿਨਾ ਸੰਤੋਖ ਨਹੀਂ ਕੋ ਰਾਜਾ। ਸੁਪਨ ਮਨੋਰਥ ਬਿਰਥੇ ਸਭ ਕਾਜਾ। ਜਿੱਦਾਂ ਸੁਪਨਿਆਂ 'ਚ ਬੰਦਾ ਰਾਤ ਨੂੰ ਸੁਪਨਾ ਆਇਆ, ਇੱਕ ਲੱਡੂਆਂ ਦੀ ਟੋਕਰੀ ਭਰ ਕੇ ਲੱਗੇ ਉੱਤੇ ਲੱਡੂਆਂ ਦੇ, ਤੇ ਟੋਕਰੀ ਟੇਟੇ ਚੜ ਗਈ ਤੇ ਦੇ ਲੱਡੂ ਖਾਈ ਜਾਂਦਾ, ਦੇ ਲੱਡੂ ਸੁਪਨੇ 'ਚ। ਜਦੋਂ ਸਵੇਰੇ ਉੱਠਦਾ ਢਿੱਡ ਤੇ ਹੱਥ ਫੇਰਦਾ, ਕਹਿੰਦਾ ਯਾਰੋ ਸੁਪਨੇ ਦੇ ਲੱਡੂ ਉਹਦਾ ਮੇਰਾ ਤਾਂ ਕੁਝ ਬਣਿਆ ਹੀ ਨਹੀਂ ਹੈ। ਇਹ ਸਪਿਰਚੁਅਲ ਚੀਜ਼ਾਂ ਹੈ। ਮਹਾਰਾਜ ਨੇ ਬਣੀਆਂ ਸੋਹਣੀ ਤਰ੍ਹਾਂ 5ਵੇਂ ਪਾਤਸ਼ਾਹੀ ਨਾਲ ਸੁਖਮਣੀ ਗੌੜੀ ਸੁਖਮਣੀ 'ਚ ਖੋਲੇ ਹੈ। ਪਾਠ ਦਾ ਕੀ ਫਾਇਦਾ ਜੇ ਆ ਚੀਜ਼ ਨਾ ਸਮਝੀ ਸੁਖਮਣੀ 'ਚ। ਉਹ ਕਹਿੰਦੇ ਹਨ ਕਿ ਭੋਗ ਵਿਖਿਆ ਕੇ ਕਰੇ, ਨੈ ਤ੍ਰਿਪਤਾਵੇਂ ਖਪ ਖਪ ਮਰੇ, ਬਿਨਾ ਸੰਤੋਖ ਨਹੀਂ ਕੋ ਰਾਜਾ। ਸੁਪਨ ਮਨੋਰਥ ਬਿਰਥੇ ਸਭ ਕਾਜਾ, ਨਾਮ ਰੰਗ ਸਰਬ ਸੁਖ ਹੋਏ, ਬੜ ਭਾਗੀ ਕਿਸੇ ਪ੍ਰਾਪਤ। ਕਹਿੰਦੇ ਨਹੀਂ ਇਹ ਸਾਰੇ ਸੁਖ ਨਾਮ 'ਚ ਮਿਲ ਜਾਣੇ ਆ। ਇਸ ਕਰਕੇ ਛੱਡ ਇਹ ਚੰਚਲ ਸੁਪਨੇ ਹੀ ਉਰਝਾਇਓ, ਇਹ ਹੂ ਭੂ ਉਹੀ ਹੈ। ਚੰਚਲ ਸੁਪਨੇ ਹੀ ਉਰਝਾਇਓ, ਚੰਚਲ ਸੁਪਨੇ ਹੀ ਰਹਾਨੀ ਤੱਕ ਰਹਾਨੀ ਤੋਂ ਕਹਿ, ਚੰਚਲ ਸੁਪਨੇ ਉਰੇ ਜਾ। ਥੋੜਾ ਸ਼ਬਦ ਹੈ ਖੰਡ ਪਾਠ ਕਰਨ ਵਾਲੇ, ਚੰਚਲ ਸੁਪਨੇ ਹੀ ਉੜ ਜਾਇਓ, ਇਤਨੀ ਹੀ ਨ ਬੂਝੇ ਕਬੂ ਚੱਲ। ਉਹਨਾਂ ਦਾ ਕੁਝ ਬਣ ਜਾਊਗਾ ਸਿੱਖ ਕੌਮ ਦਾ। ਖੰਡ ਪਾਠ ਜੋ ਛੋਇਆ ਹੁੰਦਾ ਇਹਨਾਂ ਸ਼ਬਦਾਂ ਤੋਂ ਸਾਰੇ ਉਹਨਾਂ ਦੇ ਕੁਝ ਪੱਲੇ ਪੈ ਜੂ ਸਾਰੀ ਸਿੱਖ ਕੌਮ ਦੇ, ਕਿ ਬਲਕਿ ਹੋਰ ਬ੍ਰੇਨ ਵਾਸ਼ ਆਊਟ ਹੋ ਜਾਣਗੇ ਪਾਠ ਕਰਾਓ ਜੇ ਸਾਰੇ। ਕਈ ਤੇ ਆ ਮੇਰੇ ਸਾਥੀਆਂ ਨੇ ਦੱਸਿਆ ਉਹਨਾਂ ਨੂੰ ਪਾਠ ਵੀ ਨਹੀਂ ਆਉਂਦਾ। ਕਈ ਪਾਠੀ ਕਿਰਾਏ ਤੇ ਲਿਆ ਕੇ ਗਾਂ ਜਿਹੜੇ ਉਹਨਾਂ ਨਾਲ ਬੁਕਿੰਗ ਕਰਨੀ ਹੁੰਦੀ ਆ, 4-5 ਪਾਠੀ ਹੋਰ ਲਿਆ ਕੇ ਉਹਨਾਂ ਦੇ ਵਿੱਚ ਇੱਕ ਪਾਠੀ ਐਸਾ ਰੱਖਿਆ ਹੁੰਦਾ, ਹੋਰ ਕੋਈ ਲੱਭਿਆ ਨਾ ਉਹਨੂੰ। ਕਹਿੰਦੇ ਜੀ ਇਹ ਬੋਲਦਾ ਨਹੀਂ ਹੈ, ਇਹ ਧੁਨ ਨਾਲ ਹੀ ਪਾਠ ਕਰਦਾ, ਉਹ ਬਸ ਅੱਖਾਂ ਫੇਰੀ ਜਾਊਂ ਕਰੀ ਸਾਰੇ ਪਾਠ। ਉਹ ਕਹਿੰਦੇ ਯਾਰ ਇਹ ਕਹਿੰਦੇ ਜੀ ਇਹ ਏਦਾਂ ਹੀ ਧੁਨ। ਉਹ ਮਗਰੋਂ ਪਤਾ ਲੱਗਾ ਵੀ ਉਹ ਪੜ੍ਹਿਆ ਹੀ ਨਹੀਂ ਹੈ ਪੰਜਾਬੀ ਗੁਰਮੁਖੀ। ਇਸ ਤਰ੍ਹਾਂ ਮਤਲਬ ਜਿਹੜਾ ਪਾਠ ਕਰਨਾ ਹੈ ਸਾਡੇ ਗੱਲ ਇੰਨਾ ਪਾਇਆ, ਉਹ ਇਹੋ ਹੀ ਚੀਜ਼ ਹੈ ਵੀ ਅਸੀਂ ਮਹਾਰਾਜ ਦਾ ਐਡਾ ਵੱਡਾ ਗਿਆਨ, ਸਾਨੂੰ ਲੇਟੈਸਟ ਐਂਡ ਗ੍ਰੇਟੈਸਟ, ਇਸ ਗਿਆਨ ਦੀ ਬਾਬਤ ਸਾਨੂੰ ਕਹਿਣਾ ਪੈਣਾ। ਹੁਣ ਪੂਰਨ ਬ੍ਰਹਮ ਗਿਆਨ ਹੈ, ਲੇਟੈਸਟ ਐਂਡ ਗ੍ਰੇਟੈਸਟ। ਇਸ ਗਿਆਨ ਦੇ ਵਿੱਚ ਸਭ ਤੋਂ ਵੱਡੀ ਮਹਾਰਾਜ ਜਾਗ ਖੋਲਦਾ ਹੈ,
ਵੀ ਸੁਪਨੇ ਦੇ ਵਿੱਚ ਹੀ ਨਾ ਸਾਰੀ ਉਮਰ ਆ ਦੇਖ ਕੀ ਹੈ। ਇੱਕ ਤੇ ਤੂੰ ਮੌਤ ਨੂੰ ਨਹੀਂ ਕਦੀ ਵੀ ਯਾਦ ਕਰਦਾ ਵੀ ਮੌਤ ਵੀ ਕਦੀ ਆਉਣੀ ਹੈ। ਚੰਚਲ ਸੁਪਨੇ ਹੀ ਉਰਝਾਇਓ, ਚੰਚਲ ਸੁਪਨੇ ਹੀ उजायो, इतनी ना बूझे कब हूँ चलना, इतनी ना बूझे कब हूँ चलना, बिकल पयो संगे मारा, बिकल बिकल पयो संगे मारो, कुसुम रंग संग रस रचिया, कुसुम रंग संग रस रचिया, बिखया एक उपाय, बिखया एक उपाय, लोभ सोने मन सुख करना, लोभ लालच, हाँ शेयर खरीद ले, लखापति हो गए जी, बड़ी शेयर खरीद ले, स्टॉक की वैल्यू जी बड़ा खुश हो, चौथे के दिन खबर आती भोग पै जाता, शेयर तो सारे डिग पे, हार्ट ही फेल हो जाता है। लोभ सुने मन सुख कर माने, लोभ सुने मन सुख कर माने, और तू बहुत ਵੱਧ ਗਿਆ ਛੇੜਦਾ ਹੋਰ ਭੱਜਦਾ ਉਧਰ ਬਾਰ-ਬਾਰ ਸਾਰਾ ਦਿਨ ਖਬਰਾਂ ਦੇਖਦਾ ਰਹਿੰਦਾ ਸਿੱਟੇ ਲਾਉਣ ਵਾਲੀਆਂ। ਉਹ ਕੀ ਕਹਿੰਦਾ, ਬੇਗੇ ਤਾਂ ਉੱਠਦਾ ਹੇ ਬੇਗੇ ਤਾਂ ਉੱਠਦਾ, ਕਿਉਂ ਰਹਾਉ ਦੀ ਤੁਕ ਦੇ ਦੁਆਲੇ ਪਾਉਣਾ ਸ਼ਬਦ ਉਹ ਕਹਿੰਦੀ ਆ, ਇਤਨੀ ਨਾ ਬੂਝੇ ਕਬ ਹੂੰ ਚਲਣਾ, इतनी ना बूझे कब चलना, बिकल पयो संगे मायो, बिकल पयो संगे मायो, कुसुम रंग संग रसे रचिया, कुसुम कुसुम ਕੁਸਮ ਕਹਿੰਦੇ ਆ ਪੋਲੀ ਦੇ ਫੁੱਲ ਨੂੰ, ਜਿਹੜਾ ਪਿੰਡੀ ਥਾਈ ਕਣਕਾਂ ਦੇ ਵਿੱਚ ਉਹ ਪੋਲੀ ਉੱਗ ਪੈਂਦੀ ਨਾ, ਇੰਨਾ ਸੋਹਣਾ ਉਹਦਾ ਪੀਲਾ ਜਿਹਾ ਫੁੱਲ ਹੁੰਦਾ, ਉਹਨੂੰ ਉਸ ਪੋਲੀ ਦਾ ਫੁੱਲ ਪੀਲਾ ਜਿਹਾ ਇੰਨਾ ਸੋਹਣਾ ਲੱਗਦਾ, ਪਰ ਜਦੋਂ ਉਹਨੂੰ ਕੋਈ ਹੱਥ ਪਾਉਂਦਾ ਹੈ ਉਹਦੇ ਇੰਨੇ ਕੰਡੇ ਹੁੰਦੇ ਆ ਵੀ ਹੱਥ ਅੱਧਾ ਘੰਟਾ ਸੜਦਾ ਰਹਿੰਦਾ ਉਹਨਾਂ ਕੰਡਿਆਂ ਨਾਲ। ਤੇ ਉਹਨੂੰ ਹੀ ਮਾਰੇ ਬਾਬਾ ਫਰੀਦ ਜੀ ਕਹਿੰਦੀ, ਹੱਥ ਨਾ ਲਾਈ ਕੁਸੰਬੜੇ ਜਲ ਜਾਸੀ ਟੱਲਾ, ਹੱਥ ਨਾ ਲਾਈ ਕੁਸੰਬੜੇ, ਨਾ ਲਾਈ ਹੱਥ ਨਾ ਲਾਈ ਵੀਰਿਆ, ਨਾ ਲਾਈ ਹੱਥ ਨਾ ਲਾਈ ਕੁਸੰਬੜੇ ਜਲ ਜਾਸੀ ਟੱਲਾ, ਇਹ ਪਾਪਾਂ ਹੱਥ ਨਾ ਲਾ, ਪਾਪਾਂ ਇਸ ਕਰਕੇ ਉਹ ਕੁਸੰਬੜੇ ਨੂੰ ਉਹਦਾ ਰੰਗ ਵੀ ਕੱਚਾ ਹੁੰਦਾ, ਕੰਡੇ ਵੱਜਦੇ, ਇਹਨੂੰ ਮਾਇਆ ਨੂੰ ਤਸਵੀਰ ਦਿੱਤੀ ਹੈ। ਕੁਸਮ ਰੰਗ ਸੰਗ ਰਸੇ ਰਚਿਆ, ਕੁਸਮ ਰੰਗ ਸੰਗ ਰਸੇ ਰਚਿਆ, ਬਿਖਿਆ ਏਕ ਉਪਾਇ, ਬਿਖਿਆ ਏਕ ਉਪਾਇ। ਇਹੋ ਜਿਹਾ ਗਿਆਨ ਦੇਣ ਵਾਲੇ ਨੂੰ ਤਤੀ ਤਵੀ ਤੇ ਰੋਸਟ ਕਰ ਦਿੱਤਾ ਗਿਆ। ਇਹੋ ਜਿਹਾ ਗਿਆਨ ਦੇਣ ਵਾਲਾ ਬੰਦੇ ਨੂੰ ਕੇਸਾਂ ਤੋਂ ਫੜ ਕੇ ਰਾਵੀ ਦੇ ਕੰਢੇ ਕੁੱਟਿਆ ਗਿਆ ਪਹਿਲਾਂ ਪੁਲਿਸ ਨਾਲ, ਉਹ ਬੇਇੱਜ਼ਤੀ ਕਰਕੇ ਫਿਰ ਇਸ ਗੁਰੂ ਨੂੰ ਚਾੜਿਆ ਤਤੀ ਤਵੀ ਤੇ, ਔਰ ਫਿਰ ਵੀ ਜਾਨ ਨਾ ਨਿਕਲੇ, ਫਿਰ ਉਹਨੂੰ ਠੰਡੇ ਪਾਣੀ 'ਚ ਰਾਵੀ ਦੇ ਵਿੱਚ ਰੋੜ ਦਿੱਤਾ ਗਿਆ। ਪੰਥ ਪ੍ਰਕਾਸ਼ ਲਿਖਦਾ ਵੀ ਕੀ ਅਰਜਨ ਰਾਵੀ ਨਾ ਬੋੜਿਓ, ਬੋੜਿਓ ਕਹਿੰਦੇ ਪੁਰਾਣੀ ਪੰਜਾਬੀ ਬੋਲੀ 'ਚ ਉਹਨੇ ਲਿਖਿਆ ਰਤਨ ਸਿੰਘ ਭੰਗੂ ਨਾ, ਵੀ ਕੀ ਅਰਜਨ ਨੂੰ ਪਾਣੀ 'ਚ ਨਹੀਂ ਸੀ ਰੋੜਿਆ। ਇਸ ਕਰਕੇ ਵਾਹਿਆਤ ਕਹਾਣੀ ਬਣਾਈ ਵੀ ਗੁਰੂ ਮਹਾਰਾਜ ਰਾਵੀ 'ਚ ਖੜੇ ਹੋ ਗਏ ਸੀ, ਤੇ ਇੱਥੋਂ ਬਾਅਦ ਆਲੇ ਦੁਆਲੇ ਪੰਜ ਸਿੰਘ ਫਿਰ ਕਹਿਣ ਲੱਗੇ ਜੀ ਬਸ ਹੁਣ ਮੈਂ ਚੁੱਭੀ ਮਾਰ ਜਾਣਾ, ਮੁੜ ਕੇ ਨਹੀਂ ਆਉਣਾ। ਵਾਹਿਆਤ ਕਹਾਣੀ ਹੈ। ਰਤਨ ਸਿੰਘ ਭੰਗੂ ਲਿਖਦਾ ਕਹਿੰਦਾ ਕਿ ਕਿਉਂ ਰਾਵੀ ਨਾ ਬੋੜਿਓ,
ਗੁਰੂ ਮਹਾਰਾਜ ਨੂੰ ਤਤੀ ਤਵੀ ਤੇ ਚਾੜ ਕੇ ਉੱਥੋਂ ਬਾਅਦ ਠੰਡੇ ਪਾਣੀ 'ਚ ਰੋੜ ਦਿੱਤਾ ਗਿਆ ਸੀ। ਠਾਂ ਨੂੰ ਕੋਈ ਪੁੱਛਣਾ ਨਹੀਂ ਸੀ। ਇਹੋ ਜਿਹੇ ਗੁਰੂ ਜੀ ਨੇ ਆ ਗਿਆਨ ਦਿੱਤਾ, ਲੋਭ ਸੁਨੇ ਮਨ ਸੁਖ ਕਰ ਮਾਨੇ, ਇਹ ਲੋਭ ਸੁਨੇ ਮਨ ਸੁਖ ਕਰ ਮਾਨੇ, ਤੇ ਬੇਗ ਤਾਂ ਉੱਠੇ ਤਾਇਓ। ਮੇਰੇ ਗੁਰੂ ਨਾਨਕ ਦੀ ਮੈਂ ਪੋਥੀ ਪੜ੍ਹੀ, ਉੱਥੋਂ ਮਿਲਿਆ ਵੀ ਸੰਤ ਦੁਆਰੇ ਆਓ। ਸੰਤ ਦੁਆਰੇ, ਉਹ ਸੰਤ ਦੁਆਰਾ ਅੰਦਰ 10ਵੇਂ ਦੁਆਰ ਨੂੰ ਕਿਹਾ। ਮਹਾਰਾਜ ਕਹਿੰਦਾ ਮੈਂ ਸਾਰੀ ਮਾਇਆ ਤੂੰ ਪਰੇ ਤਾਂ ਹੋਇਆ ਜਦੋਂ ਫੇਰਤ ਫੇਰਤ ਬਹੁਤ ਸ਼ਰਮ ਪਾਇਓ, ਫੇਰਤ ਫੇਰਤ ਬਹੁਤ ਸ਼ਰਮ ਪਾਇਓ, ਇਹ ਸੰਤ ਦੁਆਰੇ। ਮੈਂ ਵੀ ਨਾਮ ਜਪ ਕੇ ਫਿਰ 10ਵੇਂ ਦੁਆਰ ਤੱਕ ਚੜਿਆ। ਸੰਤ ਦੁਆਰੇ ਆਇਓ, ਇਹ ਸੰਤ ਦੁਆਰੇ ਆਇਓ, ਇਹ ਕਰੀ ਕਿਰਪਾ ਪਾਰ ਬ੍ਰਹਮੇ ਸੁਆਮੀ, ਕਰੀ ਕਿਰਪਾ ਪਾਰ ਬ੍ਰਹਮੇ ਸੁਆਮੀ। ਇੱਕ ਵਿਚਾਰ ਦੀ ਗੱਲ ਹੈ ਵੀ ਮਹਾਰਾਜ ਸ਼ਬਦ ਲਿਖਣ ਲੱਗੇ, ਇਹ ਕਿਉਂ ਨਹੀਂ ਲਿਖਦੇ ਵੀ ਕਰੀ ਕਿਰਪਾ ਗੁਰੂ ਨਾਨਕ ਨੇ, ਧੰਨ ਗੁਰੂ ਨਾਨਕ, ਮੇਰੀ ਕਿਰਪਾ ਕਿਉਂ ਨਹੀਂ ਕਿਸੇ ਗੁਰੂ ਦਾ ਨਾਂ ਲਿਖਿਆ ਇੱਥੇ? ਇਸੇ ਕਰਕੇ ਵੀ ਹਰ ਸ਼ਬਦ ਦਾ ਧਿਆਨ ਅਕਾਲ ਪੁਰਖ ਵੱਲ ਹੈ। ਸਾਡਾ ਸੰਤ ਸਾਧ ਕੋਈ ਦੇਹ 'ਚ ਨਹੀਂ ਹੈ, ਔਰ ਜਿਹੜਾ ਦੁਆਰਾ ਹੈ ਉਹ 10ਵਾਂ ਦੁਆਰ ਹੈ। ਅੰਦਰ ਮੈਂ ਉਹਦੀ ਕਿਰਪਾ ਨਾਲ ਚੜਿਆ ਤੇ ਮੈਂ ਵਿੱਚੇ ਹੀ ਸਮਾ ਗਿਆ ਉੱਥੇ। ਨਾਨਕ ਲਿਓ ਸਮਾਇਓ, ਨਾਨਕ ਲਿਓ ਸਮਾਇਓ, ਇਹ ਸੰਤ ਦੁਆਰੇ ਆਇਓ, ਇਹ ਸੰਤ ਦੁਆਰੇ ਆਇਓ। ਇਹ ਸੰਤ ਦੁਆਰਾ ਬਾਹਰਲੇ ਕਿਸੇ ਸੰਤ ਦਾ ਸਾਧਦਾ ਨਹੀਂ। ਅਸੀਂ ਹੁਣ ਇਹਨੂੰ ਸਰਟੀਫਾਈ ਕਰਦੇ ਹਾਂ ਮਹੱਲੇ 5ਵੇਂ ਦੀ ਬਾਣੀ ਨਾਲ ਹੀ। ਪੰਨਾ 241 241 ਪੰਨੇ ਤੇ ਅਸੀਂ ਫੇਰ ਇਸੇ ਮਹੱਲੇ ਦਾ ਸ਼ਬਦ ਚੁੱਕਦੇ ਹਾਂ ਵੀ ਇਹ ਸੰਤ ਦਾ ਦੁਆਰਾ ਜਾਂ ਸੰਤ ਦਾ ਜਹਾਜ਼ ਜਾਂ ਇਹ ਰਾਮ ਜਹਾਜ਼ ਕੀ ਚੀਜ਼ ਹੈ। ਬਾਣੀ 'ਚ ਕਬੀਰ ਸਾਹਿਬ ਵੀ ਜਿਹੜੀ ਲਿਖਦੇ ਆ, ਵਿਖੇ ਬਾਚ ਹਰ ਰਾਜ, ਸਮਝ ਮਨ ਬੌਰਾ ਰੇ, ਨਿਰਭੈ ਹੋਏ ਨਾ ਹਰ ਭਜੇ, ਮਨ ਬੌਰਾ ਰੇ, ਗਹਿਓ ਨਾ ਰਾਮ ਜਹਾਜ਼। ਵੀ ਤੂੰ ਰਾਮ ਦਾ ਜਹਾਜ਼ ਕਿਉਂ ਨਹੀਂ ਫੜਦਾ? ਸ਼ਿਪ ਹੈ ਜਹਾਜ਼, ਏਰੋਪਲੇਨ ਨਹੀਂ ਸੀ ਉਸ ਵੇਲੇ ਹੁੰਦੇ, ਸਮੁੰਦਰੀ ਜਹਾਜ਼ ਹੈ। ਮਹਾਰਾਜ ਕਹਿੰਦੇ ਕਬੀਰ ਸਾਹਿਬ, ਗਹਿਓ ਨਾ ਰਾਮ ਜਹਾਜ਼, ਤੂੰ ਸ਼ਿਪ 'ਚ ਕਿਉਂ ਨਹੀਂ ਬੈਠਦਾ? ਉਹ ਸ਼ਿਪ ਕਿਹਦਾ ਹੈ? ਉਹ ਹੈ ਸਤਿਗੁਰੂ ਹੈ। ਬੋਹੇ ਥਾ ਵਿਰਲੇ ਕਿਨੇ ਵਿਚਾਰਿਆ। ਬੋਹੇ ਥਾ ਕਹਿੰਦੇ ਜਹਾਜ਼ ਨੂੰ, ਸਮੁੰਦਰੀ ਜਹਾਜ਼ ਨੂੰ। ਸਤਿਗੁਰੂ ਦਾ ਹੀ ਜਹਾਜ਼ ਹੈ, ਇਸ ਕਰਕੇ ਉਹਦੇ ਵਿੱਚ ਬੈਠਣਾ ਸਤਿਗੁਰੂ ਦੇ ਲੜ ਲੱਗਣਾ, ਜਿਹਦੀ ਦੇਹ ਨਹੀਂ ਹੈ। ਸਤਿਗੁਰੂ ਹੈ ਬੋਹਿ ਥਾ ਵਿਰਲੇ ਕਿਨੇ ਵਿਚਾਰਿਆ, ਇਸ ਕਰਕੇ ਉਹੀ ਸਾਡੀ ਨਾਵ ਹੈ। ਇੱਥੇ ਮਹਾਰਾਜ ਉਹਨੂੰ ਕਹਿੰਦੇ ਵੀ ਉਹਦੇ 'ਚ ਕਈ ਕਰਮਖੰਡ ਦੇ ਸੰਤ ਬੈਠੇ ਹੈ, ਔਰ ਮੈਂ ਵੀ ਉਸ ਨਾਵ 'ਚ ਉਹਨੂੰ ਬੈਠਣ ਲੱਗਾ। ਚਾਰ ਸੰਤਨ ਨਾਵ ਤਰਾ, ਉਹ ਹੀ ਉਹ ਕਾਫੀਏ, ਉਹ ਮਹੱਲਾ ਲਖਾਰੀ। ਚਾਰ ਸੰਤਨ ਨਾਵ ਤਰਾ, ਇਹ ਘੋਰਾੜੇ ਵਾਲਿਆਂ ਦਾ ਜਹਾਜ਼ ਹੈ ਜਾਂ ਕਲੀਰਾਂ ਵਾਲਿਆਂ ਦਾ, ਜਾਂ ਕਿਹੜੇ ਸੰਤਾਂ ਦਾ ਜਹਾਜ਼ ਹੈ? ਸੰਤਾਰ ਸੰਤ ਨਾਵ ਤਰਾਇਓ, ਚਾਰੇ ਸੰਤ ਨਾਵ ਤਰਾਇਓ। ਔਰ ਸਮੁੰਦਰ ਵੀ ਅੱਗ ਦਾ ਸੀ, ਪਾਣੀ ਦਾ ਸਮੁੰਦਰ 'ਚ ਚਲੋ ਡੁੱਬ ਜਾਂਦਾ ਜਾਂ ਮੈਂ ਕਿਤੇ ਤਰ ਕੇ ਨਿਕਲ ਜਾਂਦਾ, ਉਹ ਅੱਗ ਦਾ ਸਮੁੰਦਰ। ਉਹਦੇ ਵਿੱਚ ਜਿਹੜੀ ਨਾਵ ਨਾਲ ਬਚਾਉਣਾ ਹੈ, ਅੱਗ ਦੇ ਵਿੱਚ ਪਾਵਕ ਕਹਿੰਦੇ ਅੱਗ ਨੂੰ, ਪਾਵਕ ਸਾਗਰ ਸਮੁੰਦਰ, ਅੱਗ ਦਾ ਸਮੁੰਦਰ। ਉਹਦੇ ਵਿੱਚ ਔਰ ਫਿਰ ਬੜਾ ਗਹਿਰਾ, ਜਿਹਦੀ ਹੱਥ ਨਹੀਂ, ਇੱਕ ਅੱਗ ਦਾ ਸਮੁੰਦਰ, ਇੱਕ ਗਹਿਰਾ, ਔਰ ਉਹ ਸਮੁੰਦਰ, ਉਹਦੇ ਵਿੱਚ ਇੱਕ ਨਾਵ ਹੈ ਸਤਿਗੁਰੂ ਦੀ। ਉਹਦੇ ਵਿੱਚ ਮੈਂ ਚੜ੍ਹ ਕੇ ਬਚਿਆ। ਚਾਰ ਸੰਤ ਨਾਵ ਤਰਾਇਓ, ਚਾਰ ਸੰਤ ਨਾਵ ਤਰਾਇਓ। ਹੁਣ ਹਰ ਅਭਿਆਸੀ ਦਾ, ਹਰ ਦਾ ਸ਼ਬਦ ਅੱਗੇ ਸਵਾਲ ਹੋਊਗਾ ਵੀ ਹੇ ਸ਼ਬਦਾ, ਮੈਂ ਚੜ੍ਹਾਂ ਕਿੱਦਾਂ ਇਹਦੇ ਤੇ? ਜਾਂ ਗੁਰੂ ਅਰਜਨ ਕਿੱਦਾਂ ਚੜ੍ਹਿਆ? ਉਹਨੇ ਕਿਤੇ ਲਿਖਿਆ? ਹਾਂ,
ਇਹ ਸ਼ਬਦ ਹੀ ਇੱਥੋਂ ਸ਼ੁਰੂ ਕਰਦੇ ਵੀ ਮੈਂ ਐਦਾਂ ਐਸ ਨਾਵ ਤੇ ਚੜਿਆ। ਹਰ ਹਰ ਗੁਰ ਗੁਰ ਕਰਤ ਪਰਮ ਗਏ, ਹਰ ਹਰ ਗੁਰ ਗੁਰ ਕਰਤ ਪਰਮ ਗਏ। ਪਰਮ ਮਾਇਆ ਨੂੰ ਸਮਝਣਾ ਹੈ। ਕਹਿੰਦਾ ਬਈ ਜਿਸ ਵੇਲੇ ਹਰ ਪਰਮੇਸ਼ਰ ਦਾ ਨਾਮ ਰਿਪੀਟ ਕੀਤਾ, ਹਰ ਹਰ ਨਾਲ ਗੁਰ ਗੁਰ ਲਿਖ ਰਹੇ ਰਾਰੇ ਨੂੰ ਔਂਕੜ, ਵੀ ਮੈਂ ਆਪਣਾ ਨਾਮ ਜਪਿਆ, ਕੋਈ ਕਿਸੇ ਨਾਲ ਸਾਰਾ, ਇਸ ਕਰਕੇ ਹਰ ਹਰ ਗੁਰ ਗੁਰ। ਇੱਥੇ ਰਾਰੇ ਦੀ ਔਂਕੜ ਗਾਇਬ ਹੈ। ਹਜ਼ਾਰਾਂ ਦੀ ਗਿਣਤੀ 'ਚ ਨਵੀਆਂ ਬੀੜਾਂ 'ਚ ਔਂਕੜ ਗਾਇਬ ਹੈ, ਹਜ਼ਾਰਾਂ ਦੀ ਗਿਣਤੀ 'ਚ। ਇੱਥੇ ਗੁਰ ਗੁਰ ਦੇ ਦੋਨਾਂ ਨੂੰ ਔਂਕੜ ਹੈ, ਔਰ ਆਮ ਕਈ ਬੀੜਾਂ 'ਚ ਵੀ ਮਿਲ ਜਾਂਦੇ ਆ। ਐਸ ਬੀੜ ਵਾਲਿਆਂ ਨਾਲ ਗੁਰ ਦਾ ਰਾਰੇ ਦਾ ਔਂਕੜ ਜੇ ਫਾਲਤੂ ਲਾਏ ਆ, ਇਸ ਕਰਕੇ ਉਹ ਬੇਅਦਬੀ ਹੋ ਰਹੀ ਬਾਣੀ ਦੀ। ਹਜ਼ਾਰਾਂ ਦੀ ਗਿਣਤੀ 'ਚ ਔਂਕੜ ਤੇ ਸਿਹਾਰੀਆਂ ਗਾਇਬ ਹੈ। ਇਹਨਾਂ ਨੂੰ ਸਮਝ ਨਹੀਂ ਆਈ ਇੱਥੇ ਗੁਰ ਦੇ ਰਾਰੇ ਨੂੰ ਔਂਕੜ ਦੋਨਾਂ ਦੇ ਗੁਰ ਗੁਰ। ਇਸ ਕਰਕੇ ਇੱਥੇ ਹਰ ਹਰ ਹਰੇ ਹਰੇ ਰੱਬ ਦਾ ਨਾਂ ਰਿਪੀਟ ਹੋ ਜਾਣਾ ਇੱਕ ਤੋਂ ਵੱਧ ਵਾਰੀ। ਕੋਈ ਨਾਮ ਜਪ ਲਓ, ਅਕਾਲ ਪੁਰਖ ਦਾ ਅੱਲਾਹੂ ਜਪ ਲਓ, ਯਹੋਵਾ ਜਪ ਲਓ, ਗੋਬਿੰਦ ਜਪ ਲਓ, ਨਾਰਾਇਣ ਜਪ ਲਓ। ਸਾਡੇ ਕਈ ਨਾਮ ਸਾਡੀ ਇਸ ਗਿਆਨ ਚਾਹੁਣਗੇ, ਸਭ ਇੱਕੋ ਜਿਹੇ ਨੇ, ਪਰ ਜਿਸ ਗੁਰੂ ਦਾ ਵੀ ਨਾਮ ਲਿਆ ਹੋਵੇ ਉਸੇ ਨਾਮ 'ਚ ਚੜ੍ਹੋ, ਦੋਹਾਂ ਬੇੜੀਆਂ 'ਚ ਪੈਰ ਨਾ ਰੱਖੋ। ਜਿਸ ਗੁਰੂ ਦੇ ਸਿੱਖ ਹੋ ਉਹਦਾ ਨਾਮ ਜਪੋ। ਇਸ ਕਰਕੇ ਜਾਂ ਸਾਨੂੰ ਵਾਹਿਗੁਰੂ ਗੁਰਮੰਤਰ ਮਿਲਦਾ ਹੈ, ਉਹਦਾ ਅੱਧਾ ਹਿੱਸਾ ਗੁਰੂਆਂ ਨਾਲ ਵਾਹ ਵਾਹੋ ਜਾਂ ਗੁਰੂ ਗੁਰੂ ਕਹਿ ਕੇ ਕੀਤਾ ਹੈ, ਉੱਥੋਂ ਛੋਟਾ ਹਿੱਸਾ ਗੁਰ ਗੁਰ ਕਹਿ ਕੇ ਕੀਤਾ ਹੈ। ਇਹ ਲਿਖਾਇਕ ਹੈ, ਪੋਇਟਰੀ ਹੈ। ਇਸ ਕਰਕੇ ਮਹਾਰਾਜ ਦੋਨੋਂ ਨਾਂ ਦੇ ਗਏ, ਆਪਣਾ ਵੀ ਤੇ ਬਾਕੀ ਦੂਸਰਿਆਂ ਦਾ ਵੀ। ਹਰ ਹਰ ਗੁਰ ਗੁਰ ਕਰਤ ਪਰਮ, ਹਰੇ ਹਰੇ ਗੁਰ ਗੁਰ ਕਰਤ ਪਰਮ। ਕਹਿੰਦੀ ਮਾਇਆ ਪਰ ਮੈਨੂੰ ਤਾਂ ਸਾਰੇ ਸੁੱਖ ਮਿਲ ਗਏ ਦੁਨੀਆ ਦੇ, ਮੇਰੇ ਮਨੇ ਸਭ ਸੁਖ ਪਾਇਆ। ਵਾਹ ਵਾਹ, ਮੇਰੇ ਮਨੇ ਸਭ ਸੁਖ ਪਾਇਆ। ਹਾਂ ਬਈ ਇੱਕ ਅੱਖਰ ਦੇ ਜਪਣ ਦੀ ਕਰਾਮਾਤ, ਜਿਹਨੂੰ ਆ ਪ੍ਰੋਫੈਸਰ ਨਾਰਾਇਣ ਸਿੰਘ ਟੀਕੇ ਵਾਲੇ ਬੜੇ ਬੜੇ ਲੋਕ ਜਿਹੜੇ ਨਾਮ ਜਪਣ ਨੂੰ ਠੱਠੇ ਕਰਦੇ, ਮਖੌਲ ਕਰਦੇ ਆ, ਜਿਹੜੇ ਵੱਡੇ ਇਹ ਲੋਕ ਜਿਹੜੇ ਨਾ 500 ਸਾਲਾ ਗੁਰੂ ਨਾਨਕ ਦੇ ਉੱਤੇ ਕਿਤਾਬ ਕੱਢੀ ਯੂਨੀਵਰਸਿਟੀ ਦੇ ਵਿੱਚੋਂ, ਪ੍ਰੋਫੈਸਰ ਨਾਰਾਇਣ ਸਿੰਘ ਉਹਦੇ ਪ੍ਰੀਫੇਸ 'ਚ ਲਿਖਦੇ, ਕਹਿੰਦੀ ਜੀ ਸਾਰੀ ਬਾਬੇ ਨਾਨਕ ਦੀ ਬਾਣੀ ਸਮਝੋ, ਇੱਕ ਅੱਖਰ ਦੇ ਜਪਣ ਨਾਲ ਕੀ ਹੋ ਜਾਣਾ। ਲਿਖੀਆਂ ਪਈਆਂ ਚੀਜ਼ਾਂ ਸਿੱਖ ਕੌਮ ਸੁੱਤੀ ਪਈ ਹੈ, ਕਿਉਂਕਿ ਉਹ ਨਾਮ ਦੇ ਉੱਤੇ ਉਹ ਇੰਨਾ ਮਾਹੌਲ ਕਰ ਰਹੇ, ਇੰਨਾ ਇਹ ਰਾਸਤਾ ਥੀਸਿਸ ਗਲਤ ਕਰ ਰਹੇ ਨੇ ਵੀ ਨਾਮ ਜਪਣ ਦੀ ਲੋੜ ਨਹੀਂ, ਇੱਕ ਅੱਖਰ ਦੇ ਜਪਣ ਨਾਲ ਕੀ ਹੋ ਜਾਣਾ। ਆ ਲਓ ਇੱਕ ਅੱਖਰ ਜਪਣ ਦੀ ਕਰਾਮਾਤ ਦੇਖੋ। ਹਰ ਹਰ ਗੁਰ ਗੁਰ ਕਰਤ ਪਰਮ ਗਏ, ਹਰੇ ਹਰੇ ਗੁਰ ਗੁਰ ਕਰਤ ਪਰਮ। ਇਹ ਪ੍ਰੋਫੈਸਰ ਨਾਰਾਇਣ ਸਿੰਘ ਜੀ ਜਰਾ ਦੇਖੋ, ਇਹ ਪਸ਼ਤੋ 'ਚ ਲਿਖੇ ਆ, ਸਿੱਧੀ ਪੰਜਾਬੀ 'ਚ ਲਿਖੇ ਆ। ਹਰ ਹਰ ਗੁਰ ਗੁਰ ਕਰਤ ਪਰਮ ਗਏ, ਹਰੇ ਹਰੇ ਗੁਰ ਗੁਰ ਕਰਤ ਪਰਮ। ਮੇਰੇ ਮਨੇ ਸਭੇ ਸੁਖ ਪਾਇਆ। ਬਾਣੀ ਦੇ ਪਾਠਾਂ ਨਾਲ ਨਹੀਂ, ਬਾਣੀ ਦੇ ਖੰਡ, ਕਿਸੇ ਬਾਣੀ ਦੇ ਅਰਥਾਂ ਨਾਲ ਨਹੀਂ, ਕਿਸੇ ਨਾਲ ਨਹੀਂ ਮੈਨੂੰ ਸੁੱਖ ਦਿੱਤਾ, ਮੈਨੂੰ ਸੁੱਖ ਦਿੱਤਾ। ਹਰੇ ਹਰੇ ਗੁਰ ਗੁਰ ਕਰਤ ਪਰਮ ਰਹਾਉ, ਹਰੇ ਹਰੇ ਗੁਰ ਕਰਤ ਪਰਮ। ਮੇਰੇ ਮਨੇ ਸਭੇ ਸੁਖ ਪਾਇਆ, ਮੇਰੇ ਮਨੇ ਸਭੇ ਸੁਖ ਪਾਇਆ। ਮੈਂ ਬਲ ਰਿਹਾ ਸੀ, ਮੈਂ ਸੜ ਰਿਹਾ ਸੀ। ਜਿੱਦਾਂ ਬਲਦੀ ਅੱਗ ਤੇ ਇਸ ਕੋਈ ਬੰਦਾ ਸੜਦਾ ਹੋਵੇ, ਉਹਨੂੰ ਠੰਡੇ ਪਾਣੀ ਦਾ ਛਿੜਕਾ ਦੇ ਦਈਏ, ਅੱਗ ਬੁਝ ਜਾਂਦੀ, ਉਹਦੀ ਠਰ ਜਾਂਦਾ। ਇਸ ਤਰ੍ਹਾਂ ਕਹਿੰਦਾ ਗੁਰੂ ਨਾਲ ਮੇਰੇ ਨਾਲ ਚੰਦਨ ਵਰਗਾ, ਠੰਡਾ ਵੀ ਨਹੀਂ ਨਾਲ ਖੁਸ਼ਬੂ ਵੀ, ਗੁਰ ਚੰਦਨ ਸੀਤ ਲਾਇਓ। ਜਦੋਂ ਉਹ ਛਿੜਕਾ ਮੇਰੇ ਤੇ ਆਇਆ, ਅੰਦਰੋਂ ਕਲਾ ਵਰਤਾਈ ਉਹ ਸਤਿਗੁਰੂ ਨਾਲ, ਤੇ ਮੇਰੇ ਨੂੰ ਕੀ ਹੋ ਗਿਆ। ਬਲ ਤੋ ਜਲ ਤੋ ਤੋਕਿਆ, ਬਲ ਤੋ ਜਲ ਤੋਕਿਆ। ਕਹਿੰਦੇ ਜਿੱਦਾਂ ਐ ਹੱਥ ਨਾਲ ਐ ਚੰਦਨ ਛਿੜਕੀ ਦਾ ਤੋਕਿਆ ਛਿੜਕਣਾ। ਬਲ ਤੋ ਜਲ ਤੋ ਤੋਕਿਆ, ਬਲ ਤੋ ਜਲ ਤੋ ਤੋਕਿਆ। ਗੁਰ ਚੰਦਨ ਸੀਤ ਲਾਇਆ,
ਠਰ ਗਏ, ਇੰਨੇ ਠਰ ਗਏ। ਗੁਰੂ ਅਰਜਨ ਪਾਤਸ਼ਾਹ ਕਹਿੰਦੇ ਤਾੜ ਦਿਓ ਤੱਤੀ ਤਵੀ ਤੇ, ਜਿਸੇ ਮਰਜ਼ੀ ਬਿਠਾਲ ਦਿਓ। ਉਹ ਕਹਿੰਦੇ ਬੰਦੇ ਨੂੰ ਹਲੀ ਨਹੀਂ ਪਤਾ ਲੱਗਦਾ, ਇਹਨੂੰ ਹੋਰ ਸੋਧੋ ਤੇ ਤੱਤੀ ਰੇਤ ਪਾਓ ਇਹਦੇ ਤੇ, ਤੱਤੀ ਰੇਤ। ਆਪ ਜਿੱਦਾਂ ਕ੍ਰਾਈਸਟ ਨੂੰ ਸੂਲੀ ਤੇ ਚੜਾਉਣਾ ਸੀ, ਔਰ ਉਹਨੂੰ ਕਹਿੰਦੇ ਸੂਲੀ ਤੂੰ ਚੱਕ ਕੇ ਲਿਜਾਣੀ ਹੈ। ਉਹ ਆਪਣੀ ਸੂਲੀ ਆਪ ਚੱਕ ਕੇ ਲਿਆਏ ਸੀ। ਉਹਨਾਂ ਨੂੰ ਫੇਰ ਉੱਥੇ ਠੋਕ ਕੇ ਚਾੜਤਾ, ਔਰ ਉਹਨਾਂ ਨੇ ਅਖੀਰ ਦੇ ਉੱਤੇ ਉਹ ਸਾਡਾ ਵੱਡਾ ਬੰਦਾ ਉਹਨੇ ਕਹਿਤਾ, ਇਹ ਅਕਾਲ ਪੁਰਖ, ਇਹ ਮੇਰੇ ਗॉड, ਜਿਨ੍ਹਾਂ ਨੇ ਮੈਨੂੰ ਸੂਲੀ ਤੇ ਚਾੜਿਆ ਇਹਨਾਂ ਨੂੰ ਪਹਿਲਾਂ ਮਾਫ ਕਰ ਦੇ ਤੂੰ। ਦੇਖੋ ਕਹਿੰਦੇ ਕਿਉਂ? ਕਹਿੰਦੇ ਇਹ ਇਹਨਾਂ ਨੂੰ ਗਿਆਨ ਨਹੀਂ ਹੈ, ਇਹ ਗਿਆਨਹੀਣ ਹੈ, ਇਹਨਾਂ ਨੂੰ ਪਤਾ ਨਹੀਂ ਹੈ, ਇਸ ਕਰਕੇ ਇਹਨਾਂ ਦਾ ਕਸੂਰ ਨਹੀਂ, ਇਹਨਾਂ ਨੂੰ ਗਿਆਨ ਨਹੀਂ ਹੈ ਵੀ ਮੈਂ ਕੀ ਗੱਲ ਕਹਿ ਰਿਹਾ, ਗਿਆਨਹੀਣ। ਇਸ ਕਰਕੇ ਉਹਨਾਂ ਨੂੰ ਮਾਫ ਕਰਵਾਇਆ ਰੱਬ ਕੋਲੋਂ, ਪਰ ਖੇੜੇ ਮੱਥੇ ਕਹਿ ਕੇ ਇਹਨੂੰ ਕਹਿੰਦੇ ਫॉरगिवनेस ਇਜ਼ ਦੀ ਹਾਈਐਸਟ ਵਰਚੂ। ਭਗਤੀ ਦੇ ਵਿੱਚ ਕਿਸੇ ਨੂੰ ਖਿਮਾ ਕਰ ਦੇਣਾ, ਫॉरगिवनेस ਇਜ਼ ਦੀ ਹਾਈਐਸਟ ਵਰਚੂ, ਜਿਹੜੀ ਉਸ ਸਤਿਗੁਰੂ ਦੇ ਸਿੱਖ ਚ ਸੀ। ਕ੍ਰਾਈਸਟ ਵੀ ਸਤਿਗੁਰੂ ਦਾ ਸਿੱਖ ਸੀ, ਉਸ ਰੱਬ ਦਾ। ਕਹਿੰਦੇ ਇਹਨਾਂ ਨੂੰ ਮਾਫ ਕਰ ਦੇ, ਇਹਨਾਂ ਨੂੰ ਨਹੀਂ ਪਤਾ ਕੀ ਕਰ ਰਹੇ ਨੇ। ਇਹਨਾਂ ਛੋਟੀਆਂ ਛੋਟੀਆਂ ਗੱਲਾਂ ਤੋਂ ਇਹ ਭਗਤੀ ਮਾਰਗਦਾਰ ਹੁੰਦਾ ਇਹੋ ਜਿਹੇ ਲੋਕਾਂ ਦਾ। ਇਸ ਕਰਕੇ ਉਧਰ ਹਜ਼ਰਤ ਮੁਹੰਮਦ ਸਾਹਿਬ ਐਡੇ ਵੱਡੇ ਔਲੀਏ, ਉਹਨਾਂ ਨੇ ਕਿਹਾ ਭਈ ਪੱਥਰ ਪੂਜ, ਜਿੱਦਾਂ ਸਾਡੀ ਸਾਰੀ ਸਿੱਖ ਕੌਮ ਗ੍ਰੰਥ ਪੂਜ ਹੈ, ਪੱਥਰ ਪੂਜ ਰਹੀ ਹੈ। ਉਹਨਾਂ ਨੂੰ ਹਜ਼ਰਤ ਸਾਹਿਬ ਨੂੰ ਕਿਹਾ, ਹਜ਼ਰਤ ਸਾਹਿਬ कितने करोड़ रुपया आपको चाहिए? पत्थर पूजा ने किया, आप हमारे अगेंस्ट ये मत बोलो हम पत्थर पूजा और तुम एक अल्लाह को मानते हो। उसने कहा ये कभी नहीं हो सकता, रिश्वत देनी चाहिए हजरत साहब को, करोड़ा रुपया ये ले लो और अपना मुंह बंद करो। जिस तरह गुरु अर्जन को कहता ये शब्द कट दो बामणवाद दी, या सारी अर्जियां आ रही, कहने ये नहीं हो सकता। उन्होंने जिस वेले हजरत साहब ने कहा, हजरत साहब कहने लगे ये बात नहीं होगी, अल्लाह एक है, तुम पत्थर पूजो, काफिर हो, अल्लाह एक है उसको पूजो। उन्होंने कहा हजरत साहब अगर नहीं बंद होते आपके साथ चंद एक मुट्ठी भर साथी हैं, हम आपको देश निकाला दे देंगे, आपको हिजरत करनी पड़ेगी। हिजरत कहते हैं जिथों इन्हां दी हिजरत दी सदी चलती है, जिद्दां क्रिश्चियनिटी दी चलती है AC एंड BC, आफ्टर क्राइस्ट बिफोर क्राइस्ट, इन्हां दी हिजरत सन है। कहते आपको देश से निकाल दिया जाएगा, कहते मुझे कोई परवाह नहीं है। इन्ना तंग किया हजरत साहब नूं, उन्होंने देश निकाला लेना पिया, हिजरत करनी पई, पर उन्होंने आवाज़ नहीं छड्डी अल्लाह। इस करके जिहड़े इहो जिहे बंदे हुंदे आ, उन्होंने अंदर कोई चीज़ मिली हुंदी है, वो कहंदे तत्ती तवी ते बिठाल के तू रेत पाई जेठ हाड़ दे दिन, उत्थे बाद जो उन्होंने होया सारी दुनिया जानती है। तुझ के जहांगीरी च और सारी हिस्टोरीयन नाल चिट्ठी और सारिया चीज़ां लभियां भई इस तरह इन्हों यासा की सजा दी गई सी, और यासा की सजा इन्हां दी हदीस किताब दे विच यह है भी जिहड़ा बंदगी वाला बंदा होए उन्होंने भुन सिटो अग दे उत्ते, पर उहदा खून ना डुले धरती ते, नहीं तो वह धरती तबाह हो जूगी। बंदगी वाले बंदे सी, उन्हां दी सजा स्पैशल लिखी है इन्हां देखो हदीस, कुरान शरीफ च नहीं, कुरान शरीफ बहुत वड्डी उच्ची चीज़ है। हदीस च लिखे आ भी जिहड़ा बंदा इहो जिहा होवे उन्होंने कतल ना करो, क्योंकि जे बूंद धरती से डिग पई धरती नाश हो जू, सारा कुछ ये बंदगी वाला बंदा है, पुश्तां तो ये गद्दी चली आ रही है, इनू यासा की सजा दी जाए। इस करके उन्होंने भुन सटिया गया और उतों बाद रावी च रोड़ दिता गया। लेकिन महाराज कहते हैं भी तुसीं मैनू उत्ते सारण दे हो, मेरा ते सतगुरु अंदरों बल तो जल तो गया, ए बल तो जल तो गया, दुर चंदन शीतला। शब्द तुहाडे हत्थां च है, देखो एक एक लाइन तो बाद अंक पिया है, डिजिट पिया है, एडियां वड्डियां लाइनां है, ना ये चौपदा है ना ये तेपदा है, ना ये एक एक लाइन तो बाद गुरु महाराज ने अंक दिता भी एडा वड्डा उच्चा ज्ञान है। तो बल तो जल तो गया, बल तो जल तो गया,
ਗੁਰ ਚੰਦਨ ਸੀਤਲਾ ਗੁਰ ਚੰਦਨ ਸੀਤਲਾ ਹਰ ਕੇ ਨਾਮ ਕੀ ਗਤ ਠੰਡੀ ਠੰਡੀ ਹਰ ਕੇ ਨਾਮ ਕੀ ਗਤ ਠੰਡੀ ਠੰਡੀ ਹਰ ਕੇ ਨਾਮ ਕੀ ਗਤ ਠੰਡੀ ਠੰਡੀ ਹਰ ਕੇ ਨਾਮ ਕੀ ਗਤ ਠੰਡੀ ਕਿਉਂ ਖੋਜਤ ਖੋਜਤ ਕਾਢੀ ਕਾਢੀ ਹਰ ਕੇ ਨਾਮ ਕੀ ਗਤ ਉਹ ਕਿੱਦਾਂ ਸੀਤਲ ਹੋਏ ਹਰ ਹਰ ਗੁਰ ਗੁਰ ਕਰਿਤ ਪਰਮ ਗਏ ਹਰੇ ਹਰੇ ਗੁਰ ਗੁਰ ਕਰਿਤ ਪਰਮ ਇੱਕ ਪਰਮੇਸ਼ਰ ਦੇ ਅੱਖਰ ਦੇ ਉੱਤੇ ਭਜਨ ਕਰਨ ਨਾਲ ਹਰੇ ਹਰੇ ਗੁਰ ਗੁਰ ਕਰਿਤ ਪਰਮ ਮੇਰੇ ਮਨੇ ਸਭ ਸੁਖ ਪਾਇਓ ਰਹਾਓ बल तो जल तो गया बल तो जल तो गया गुर चंदन शीतला जदों अंदर ठंड पैगी आई ज्ञान दी नेरी हुण अज्ञान अंधेरा मिट गया अज्ञान अंधेरा मिट गया गुर ज्ञान दीपा अंदर ज्ञान दा दीवा वाल उठिया शब्द दा गुर ज्ञान दीपा ए गुर ज्ञान दीपा अग दा समुंदर मैं हुण लंघण लगा है पावक सागर गहरो ए पावक सागर गहरो चारे संतन नाव तरायो चारे संतन नाव तरायो गरीबी आउण लगी महाराज कहंदे मैं कोई ऐसा कर्म नहीं किया धर्म नहीं किया सोचपना मेरे को है नहीं पर तू मैनू फिर भी बांह फड़ के कढ़ लिया ना हम कर्म ना धर्म सोच ना हम कर्म ना धर्म सोच सोच में कोई सर्वलोभ विवेकी भी है नहीं ना हम कर्म ना धर्म सोच ना हम कर्म सोच प्रभ गह पूजा प्रभ महला पंजवा नानक नूं वाजा नहीं मारिया धन गुरु नानक ने छड़ा रहना वो कहता प्रभ ना मेरी बांह फड़ी प्रभ गह पूजा प्रभ गह पूजा ਉਹ ਗਹਿ ਕਹਿੰਦੇ ਫੜਨ ਨੂੰ ਪੂਜਾ ਕਹਿੰਦੇ ਬਾਹ ਨੂੰ ਔਰ ਇੱਕ ਹੋਰ ਕੰਮ ਕੀਤਾ ਇਹ ਨਹੀਂ ਵੀ ਇੱਕ ਵਾਰੀ ਫੜ ਕੇ ਕੱਢ ਦਿੱਤਾ ਤੇ ਬਾਕੀ ਪਰੇ ਚੱਲ ਗਿਆ ਨਹੀਂ ਕਹਿੰਦਾ ਆਪਣਾ ਹੀ ਬਣਾ ਲਿਆ ਸਾਰੀ ਉਮਰ ਲਈ ਗਹਿ ਪੂਜਾ ਆਪਣਾ ਬਣਾ ਲਿਆ ਆਪਾ ਪੋਖੰਡਲ ਦੁਖ ਪੰਜਨੋ ਮਿਲਣ ਲੱਗੇ ਹੁਣ ਭਗਤ ਕਰਮਖੰਡ ਚ ਜਾਣ ਲੱਗੇ ਭਗਤਾਂ ਨਾਲ ਮਿਲਣ ਲੱਗੇ ਐ ਪਾਖੰਡਨ ਦੁਖ ਪੰਜਨੋ ਇਹ ਭਗਤੇ ਵਛਲ ਕਰਨਾ ਆ ਲਫ਼ਜ਼ ਬਹੁਤ ਵਾਰੀ ਆਏਗਾ ਵਛਲ ਭਗਤ ਵਛਲ ਕੀ ਹੈ ਰੱਬ ਐ ਭਗਤਾਂ ਦੇ ਪਿੱਛੇ ਤੁਰਿਆ ਫਿਰਦਾ ਜਿੱਦਾਂ ਗਾਂ ਸੂਈ ਹੋਵੇ ਔਰ ਵੱਛਾ ਅੱਗੇ ਅੱਗੇ ਹੋਵੇ ਔਰ ਗਾਂ ਉਹਦੇ ਪਿੱਛੇ ਪਿੱਛੇ ਉਹਨੇ ਚੱਟਦੀ ਜਾਂਦੀ ਹੈ ਸਾਰੀ ਇਸ ਤਰ੍ਹਾਂ ਭਗਤ ਰੱਬ ਵੱਛੇ ਵਾਂਗੂ ਜਿੱਦਾਂ ਵੱਛਾ ਗਾਂ ਦੇ ਪਿੱਛੇ ਜਾਂ ਗਾਂ ਵੱਛੇ ਪਿੱਛੇ ਏਦਾਂ ਰੱਬ ਤੇ ਭਗਤ
ਨਾ ਭਗਤ ਵਛਲ ਤਾਂ ਕਿਹਾ ਹੈ, ਭਗਤ ਵਛਲ ਕਰਨਾ ਬੱਚੇ ਵਾਂਗੂ ਭਗਤ ਵਛਲ ਕਰਨਾ ਅਨਾਥੇ ਨਾਥ ਕਿਰਪਾਲ ਦੀਨ ਅਨਾਥ ਨਾਥ ਕਿਰਪਾਲ ਦੀਨ ਸਮਰਥ ਸੰਤ ਉਠਾ ਆ ਸਮਰਥ ਸੰਤ ਆ ਗਿਆ। ਸੰਤ ਕੀ ਹੈ? ਸਤਿਗੁਰ ਸਮਰਥ ਸੰਤ ਉਠਾ ਸਮਰਥ ਸੰਤ ਉਠਾ ਨਿਰਗੁਣਿਆਰੇ ਕੀ ਬੇਨਤੀ। ਇੱਥੇ ਤੱਕ ਪਹੁੰਚ ਕੇ ਹੁਣ ਦਰਸ਼ਨ ਮੰਗੇ ਹੈ। ਪਹਿਲਾਂ ਸੰਤ ਆਇਆ ਹੈ। ਹਮੇਸ਼ਾ ਸਾਰੀ ਬਾਣੀ ਦਾ ਥੰਮ ਰੂਲ ਆ, ਪਹਿਲਾਂ ਅੰਦਰ ਸਤਿਗੁਰੂ ਆਏਗਾ, ਬਾਅਦ ਚ ਉਹ ਫਿਰ ਵਿਚੋਲਾ ਬਣ ਕੇ ਰੱਬ ਨੂੰ ਮਿਲਾਏ। ਸਾਰੇ ਸ਼ਬਦਾਂ ਦੀ ਇਹ ਬਣਤਰ ਹੈ ਵੀ ਪਹਿਲਾਂ ਸੰਤ ਸਾਧ ਜਾਂ ਸਤਿਗੁਰੂ ਲਿਖਿਆ ਹੋਊ, ਫਿਰ ਰੱਬ ਦੇ ਦਰਸ਼ਨ ਹੋਣਗੇ। ਇਹ ਸਮਰੱਥ ਸੰਤ ਉਠਾ ਹੁਣ ਇਹ ਨਿਰਗੁਣਿਆਰੇ ਕੀ ਬੇਨਤੀ ਦੇਹੋ ਦਰਸ ਹਰਿਰਾਇਓ ਦੇਹੋ ਦਰਸ ਹਰਿਰਾਇਓ। ਆਉਣ ਲੱਗੇ ਹੁਣ ਉਸ ਗੁਰਦੁਆਰੇ 'ਚ ਨਾਨਕ ਸਰਨ ਤੁਮਾਰੀ ਠਾਕੁਰ ਨਾਨਕ ਸਰਨ ਤੁਮਾਰੀ ਸੇਵਕ ਦੁਆਰੇ। ਇਹ ਕਿਹੜਾ ਦੁਆਰਾ? ਸੇਵਕ ਦੁਆਰੇ ਆਇਓ। ਇਹ ਸੇਵਕ ਆ ਦਸਮ ਦੁਆਰ ਤੱਕ ਪਹੁੰਚ ਗਏ। ਸੇਵਕ ਦੁਆਰੇ ਇੰਨੀਆਂ ਚੜਾਈਆਂ, ਇੰਨੀਆਂ ਮੰਜ਼ਿਲਾਂ, ਇੰਨੀਆਂ ਸਪਿਰਿਚੁਅਲ ਸਟੇਜਸ ਕਿੱਦਾਂ ਤੈਅ ਕੀਤੀਆਂ। ਹਰੇ ਹਰੇ ਗੁਰ ਗੁਰ ਕਰਤ ਪਰਮ ਹਰੇ ਹਰੇ ਗੁਰ ਗੁਰ ਕਰਤ ਪਰਮ ਮੇਰੇ ਮਨ ਮੇ ਸਭ ਸੁਖ ਪਾਇਓ। ਜਪੇ ਮਨ ਨਾਮ ਹਰੀ ਹੋਏ ਸਰਬ ਸੁਖੀ। ਜਪੇ ਮਨ ਨਾਮ ਹਰੀ ਹੋਵੇ ਸਰਬ ਸੁਖੀ। ਗੁਣ ਕਹੋ ਹਰ ਲਹੋ ਕਰ ਸੇਵਾ ਸਤਿਗੁਰ। ਗੁਣ ਕਹੋ ਹਰ ਲਹੋ ਕਰ ਸੇਵਾ ਸਤਿਗੁਰ। ਕਰ ਸੇਵਾ ਸਤਿਗੁਰ। ਇਹ ਹਰ ਹਰ ਨਾਮ ਧਿਆਈ। ਇਹ ਹਰ ਹਰ ਨਾਮ ਧਿਆਈ ਹੋਏ ਸਰਬ ਸੁਖੀ। ਇਹ ਜਪੇ ਮਨ ਨਾਮ ਹਰੀ ਹੋਏ ਸਰਬ ਸੁਖੀ। ਇਹ ਜਪੇ ਜਨ ਸਦਾ ਸਦਾ ਦਿਨ ਰਹਿ। ਇਹ ਸਭ ਤੇ ਕਿ ਨਿਰਮਲ ਇਹੋ ਕਰ ਕਿ ਇੱਕੇ ਆਖੈ ਸ਼ਬਦ ਪਾਖੈ ਅਰਦ ਉਰਦ ਦਿਨ ਰਾਤੇ। Lie.